ਡੰਡੌਤ ਬੰਦਨ ਅਨਕ ਬਾਰ। ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ। ਨਾਨਕ ਦੇ ਘਰ ਹੱਥ ਗਿਆਨ ਅੰਜਨ ਗੁਰ ਦਿਆ। ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ। ਨਾਨਕ ਮਨ ਪਰਗਾਸ ਯਾਹੀ ਕੁਲ ਤੇ ਪ੍ਰਗਟ ਹੋਏ। ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਦ ਕਉ। ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਲੜੀਬੱਧ ਸ਼੍ਰਵਣ ਕਰ ਰਹੇ ਸੀ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇੱਕ ਸਮੇਂ ਅੰਮ੍ਰਿਤਸਰ ਸਰੋਵਰ ਦੀਆਂ ਪਰਿਕਰਮਾ ਕਰ ਰਹੇ ਸਨ। ਪਰਿਕਰਮਾ ਦੇ ਵਿੱਚ ਇੱਕ ਪੰਡਤ ਬੈਠਾ ਹੈ, ਜਿਨੇ ਠਾਕੁਰਾਂ ਦੀਆਂ ਜਿਹੜੀਆਂ ਮੂਰਤੀਆਂ ਨੇ ਉਹਨਾਂ ਨੂੰ ਆਪਣੇ ਸਾਹਮਣੇ ਰੱਖਿਆ ਤੇ ਪੂਜਾ ਕਰ ਰਿਹਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵਿਚਰਦਿਆਂ ਉਸ ਦੇ ਲਾਗੋਂ ਦੀ ਲੰਘੇ ਤੇ ਸਤਿਗੁਰੂ ਜੀ ਮੁਸਕਰਾ ਪਏ। ਜਦੋਂ ਦੂਸਰੇ ਗੇੜੇ ਆਏ ਤੇ ਪੰਡਤ ਕਹਿੰਦਾ ਕਿ ਤੁਸੀਂ ਮੈਨੂੰ ਨਮਸਕਾਰ ਨਹੀਂ ਕੀਤੀ, ਮੇਰਾ ਸਤਿਕਾਰ ਨਹੀਂ ਕੀਤਾ, ਕਿਉਂਕਿ ਮੈਂ ਪਰਮੇਸ਼ਰ ਦੀ ਪੂਜਾ ਦੇ ਵਿੱਚ ਲੱਗਾ ਸਾਂ। ਇਸ ਤੋਂ ਇਲਾਵਾ ਕਹਿੰਦਾ ਕਿ ਜੇ ਤੁਸੀਂ ਮੇਰਾ ਮਾਣ ਸਤਿਕਾਰ ਨਹੀਂ ਕੀਤਾ ਤੇ ਕਮ ਸੇ ਕਮ ਤੁਹਾਨੂੰ ਚਾਹੀਦਾ ਸੀ ਕਿ ਮੈਂ ਤੇ ਠਾਕੁਰਾਂ ਦੀ ਪੂਜਾ ਕਰ ਰਿਹਾ ਸਾਂ, ਕਮ ਸੇ ਕਮ ਠਾਕੁਰਾਂ ਨੂੰ ਨਮਸਕਾਰ ਕਰਦੇ। ਉਸ ਵੇਲੇ ਫਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਪੰਡਤ ਜੀ, ਤੁਸੀਂ ਠਾਕੁਰਾਂ ਦੀ ਪੂਜਾ ਕਰ ਰਹੇ ਹੋ, ਪਰ ਕਹਿੰਦੇ ਨੇ ਤੁਹਾਡੀ ਜਿਹੜੀ ਪੂਜਾ ਹੈ ਨਾ, ਇਹ ਬੇਅਰਥ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੋ ਅਕਾਲ ਪੁਰਖ ਪਾਰ ਬ੍ਰਹਮ ਹੈ, ਉਹਨੂੰ ਤੁਸੀਂ ਇੱਕ ਪੱਥਰ ਦੇ ਵਿੱਚ ਕਲਪ ਕੇ ਰੱਖ ਦਿੱਤਾ ਹੈ ਕਿ ਪੱਥਰ ਹੀ ਭਗਵਾਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਪੰਡਤ ਨੂੰ ਉਪਦੇਸ਼ ਦੇ ਰਹੇ ਸਨ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੋ ਪਾਰ ਬ੍ਰਹਮ ਹੈ ਉਹ ਰਾਜਿਆਂ ਦਾ ਵੱਡਾ ਮਹਾਰਾਜਾ ਹੈ, ਪਰ ਤੁਸੀਂ ਉਹਨੂੰ ਇੱਕ ਪੱਥਰ ਬਣਾ ਦਿੱਤਾ ਹੈ। ਇਸ ਕਰਕੇ ਤੁਸੀਂ ਗਲਤੀ ਤੇ ਚੱਲ ਰਹੇ ਹੋ, ਅਸੀਂ ਕਿਉਂ ਨਮਸਕਾਰ ਕਰੀਏ। ਇੱਥੋਂ ਅੱਜ ਦੇ ਪ੍ਰਸੰਗ ਨੂੰ ਮੈਂ ਸ਼ੁਰੂ ਕਰਦਾ ਹਾਂ। ਸੋ ਐਸੇ ਵੱਡੇ ਮਹਾਰਾਜਾ ਜਿਹ ਨਿਮਖ ਵਿਖੇ ਜਗ ਸਾਜਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਸ ਪੰਡਤ ਨੂੰ ਕਹਿੰਦੇ ਨੇ ਕਿ ਅਕਾਲ ਪੁਰਖ ਸਾਰਿਆਂ ਦਾ ਵੱਡਾ ਮਹਾਰਾਜਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਨੇ ਇੱਕ ਨਿਮਖ ਦੇ ਵਿੱਚ ਸਾਰੀ ਸ੍ਰਿਸ਼ਟੀ ਨੂੰ ਬਣਾ ਦਿੱਤਾ, ਉਹ ਐਸਾ ਵੱਡਾ ਮਹਾਰਾਜ ਹੈ। ਤੇ ਕਲਪਿਓ ਪਾਹਣ ਮਾਹੀ ਜਾੜੇ ਅਲਪ ਸ਼ਕਤ ਕੁਛ ਨਹੀਂ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਐਸੇ ਅਕਾਲ ਪੁਰਖ ਦੀ ਕਲਪਨਾ ਤੁਸੀਂ ਇੱਕ ਪੱਥਰ ਦੇ ਵਿੱਚ ਕਰ ਦਿੱਤੀ ਹੈ। ਜੜ ਅਲਪ ਸ਼ਕਤ ਕਛ ਨਹੀਂ। ਇਹ ਜਿਹੜਾ ਪੱਥਰ ਹੈ ਇਹ ਤੇ ਜੜ ਵਸਤੂ ਹੈ ਔਰ ਅਕਾਲ ਪੁਰਖ ਤੋਂ ਬਹੁਤ ਛੋਟਾ ਹੈ, ਜਿਹਦੇ ਵਿੱਚ ਰਤਾ ਵੀ ਕੋਈ ਸ਼ਕਤੀ ਨਹੀਂ। ਕੁਛ ਲੈ ਨ ਦੇ ਨ ਖਾਹੀ ਅਸ ਪ੍ਰਭ ਕੋ ਅਸ ਵੱਡ ਆਹੀ। ਕਹਿੰਦੇ ਨੇ ਕਿ ਨਾ ਪੱਥਰ ਕੁਝ ਖਾਂਦਾ ਹੈ, ਨਾ ਕਿਸੇ ਨੂੰ ਕੁਝ ਦਿੰਦਾ ਹੈ। ਐਸਾ ਪ੍ਰਭੂ ਕਿਸ ਤਰੀਕੇ ਦੇ ਨਾਲ ਹੋ ਸਕਦਾ ਹੈ। ਦਿਜ ਜਾਤ ਮਹਾ ਅਭਿਮਾਨਾ ਲਖ ਦੰਬੀ ਤੋਹਿ ਨਾ ਮਾਨਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਸ ਪੰਡਤ ਨੂੰ ਕਹਿੰਦੇ ਨੇ ਕਿ ਤੂੰ ਪੰਡਤ ਹੈ ਔਰ ਆਪਣੀ ਜਾਤੀ ਦਾ ਵੱਡਾ ਤੂੰ ਅਭਿਮਾਨ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੈਨੂੰ ਪਖੰਡੀ ਦੰਭੀ ਜਾਣ ਕੇ ਅਸੀਂ ਮੱਥਾ ਨਹੀਂ ਟੇਕਿਆ। ਔਰ ਕਿਤਕ ਕ੍ਰੋਧ ਤੋਵ ਹੋਵਾ ਜੋ ਵੱਡੋ ਤੇ ਲਗ ਕਰ ਜੋਵਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਅਸੀਂ ਤੈਨੂੰ ਮੱਥਾ ਨਹੀਂ ਟੇਕਿਆ, ਤੇਰਾ ਸਨਮਾਨ ਨਹੀਂ ਕੀਤਾ, ਤੇ ਦੱਸ ਤੇਰੇ ਮਨ ਦੇ ਵਿੱਚ ਕਿੰਨਾ ਜ਼ਿਆਦਾ ਕ੍ਰੋਧ ਆਇਆ।
ਜੋ ਬੜ ਤੇ ਲਗ ਕਰ ਜੋਵਾ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਅਕਾਲ ਪੁਰਖ ਸਾਰਿਆਂ ਤੋਂ ਵੱਡਾ ਹੈ, ਤੂੰ ਉਹਨੂੰ ਛੋਟਾ ਕਰਕੇ ਦੱਸ ਰਿਹਾ ਕਿ ਉਸ ਨੂੰ ਕ੍ਰੋਧ ਨਹੀਂ ਆਏਗਾ, ਕਿ ਤੇਰੇ ਉੱਤੇ ਉਹ ਪ੍ਰਸੰਨ ਹੋਏਗਾ। ਤੇਰੀ ਜਾਤ ਬ੍ਰਾਹਮਣ ਹੈ, ਤੂੰ ਸਾਰਿਆਂ ਤੋਂ ਵੱਡਾ ਹੰਕਾਰ ਕੀਤਾ ਹੈ ਤੇ ਮਾਨੋ ਕਿ ਅਪਮਾਨ ਦੇ ਵਿੱਚ ਹੈ। ਅਸਾਂ ਤੈਨੂੰ ਦੰਭੀ ਹੋਣ ਕਰਕੇ ਮਾਨ ਨਹੀਂ ਦਿੱਤਾ, ਤਾਂ ਤੈਨੂੰ ਕਿੰਨਾ ਗੁੱਸਾ ਆਇਆ। ਹੁਣ ਕਹਿੰਦੇ ਨੇ ਕਿ ਸੋਚ ਕਿ ਉਹ ਪਰਮੇਸ਼ਰ ਜੋ ਸਭ ਤੋਂ ਵੱਡਾ ਹੈ, ਉਸ ਨੂੰ ਤੂੰ ਛੋਟਾ ਕਰਕੇ ਦੇਖਿਆ ਹੈ, ਦੱਸ ਉਸ ਨੂੰ ਤੇਰੇ ਉੱਤੇ ਕ੍ਰੋਧ ਨਹੀਂ ਆਏਗਾ। ਜੋ ਬੜ ਤੇ ਲਗ ਕਰ ਜੋਵਾ, ਤੂੰ ਵੱਡੇ ਤੋਂ ਵੱਡੇ ਨੂੰ ਛੋਟਾ ਕਰਕੇ ਸਮਝੇ। ਪ੍ਰਭ ਸਭ ਤੇ ਵੱਡੋ ਵਡੇਰੋ, ਸੋ ਪਾਹਣ ਇਹ ਮਤ ਤੇਰੋ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੋ ਪ੍ਰਭੂ ਹੈ, ਜੋ ਅਕਾਲ ਪੁਰਖ ਹੈ, ਉਹ ਤੇ ਸਾਰਿਆਂ ਵੱਡਿਆਂ ਤੋਂ ਵੱਡਾ ਹੈ। ਤੇਰਾ ਮਤ ਇਹ ਹੈ ਕਿ ਪ੍ਰਮਾਤਮਾ ਇਹ ਠਾਕਰ ਪੱਥਰ ਹੈ। ਸਭ ਹੂੰ ਤੇ ਲਗ ਕਰ ਦੀਨਾ, ਕਿਮ ਹੋਵੇ ਪ੍ਰਭੂ ਪ੍ਰਸੀਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪੰਡਤ ਨੂੰ ਕਹਿੰਦੇ ਨੇ ਕਿ ਤੂੰ ਤੇ ਪਰਮੇਸ਼ਰ ਨੂੰ ਸਾਰਿਆਂ ਤੋਂ ਛੋਟਾ ਕਰਕੇ ਦੱਸ ਦਿੱਤਾ ਹੈ, ਇਸ ਕਰਕੇ ਮੰਨੋ ਕਿ 10 ਪੰਡਤ ਤੇਰੀ ਕੀਤੀ ਦੇ ਉੱਤੇ ਪ੍ਰਭੂ ਪਰਮੇਸ਼ਰ ਕਿਵੇਂ ਪ੍ਰਸੰਨ ਹੋਵੇ। ਜਗ ਪਾਤਸ਼ਾਹ ਵੱਡ ਜੋਈ, ਤੇ ਮੀਆਂ ਕਹਿ ਕੋਈ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪ੍ਰਮਾਣ ਦਿੱਤਾ, ਕਹਿੰਦੇ ਨੇ ਕਿ ਮਾਨੋ ਕੋਈ ਦੁਨੀਆ ਦਾ ਬਹੁਤ ਵੱਡਾ ਬਾਦਸ਼ਾਹ ਹੋਵੇ ਤੇ ਮੀਆਂ ਕਹਿ ਕੋਈ, ਕੋਈ ਆਦਮੀ ਮਾਨੋ ਕਿ ਉਸ ਨੂੰ ਮੀਆਂ ਕਹਿ ਦੇਵੇ। ਬਾਦਸ਼ਾਹ ਦਾ ਭਾਵ ਹੈ ਵੱਡਾ ਚੱਕਰਵਰਤੀ ਰਾਜਾ, ਤੇ ਮੀਆਂ ਦਾ ਭਾਵ ਹੁੰਦਾ ਉਹਦਾ ਅੱਗੋਂ ਥਾਪਿਆ ਹੋਇਆ ਸਰਦਾਰ, ਛੋਟਾ ਜਿਹਾ ਜਰਨੈਲ। ਕਹਿੰਦੇ ਨੇ ਕਿ ਜੇ ਕੋਈ ਮਨੁੱਖ ਵੱਡੇ ਬਾਦਸ਼ਾਹ ਨੂੰ ਮੀਆਂ ਕਹਿ ਦੇਵੇ, ਮਨ ਲਖੈ ਕਰੋ ਵਡਿਆਈ, ਕਿ ਮਰੀਜੈ ਦੇਹੋ 부ਝਾਈ। ਤੇ ਮਨ ਦੇ ਵਿੱਚ ਸੋਚੇ ਕਿ ਮੈਂ ਬਾਦਸ਼ਾਹ ਨੂੰ ਮੀਆਂ ਕਹਿ ਕੇ ਉਹਦੀ ਵਡਿਆਈ ਕਰ ਰਿਹਾ ਹਾਂ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੀਆਂ ਕਹਿਣ ਦੇ ਨਾਲ ਬਾਦਸ਼ਾਹ ਦੀ ਵਡਿਆਈ ਨਹੀਂ ਹੋਵੇਗੀ, ਸਗੋਂ ਮੀਆਂ ਛੋਟਾ ਸ਼ਬਦ ਹੈ, ਬਾਦਸ਼ਾਹ ਵੱਡਾ ਸ਼ਬਦ ਹੈ। ਇਸ ਕਰਕੇ ਮੰਨੋ ਕਿ ਬਾਦਸ਼ਾਹ ਨੂੰ ਛੋਟਾ ਜਿਹਾ ਸਰਦਾਰ ਬਣਾ ਦੇਗਾ ਜੇਕਰ ਬਾਦਸ਼ਾਹ ਨੂੰ ਮੀਆਂ ਕਹਿ ਕੇ ਬੁਲਾਏਗਾ। ਕਿ ਮਰੀਜੈ ਦੇਹੋ 부ਝਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੰਡਤ ਜੀ ਦੱਸੋ ਕਿਸ ਤਰ੍ਹਾਂ ਬਾਦਸ਼ਾਹ ਉਸ ਦੇ ਉੱਤੇ ਖੁਸ਼ ਹੋਵੇਗਾ ਜਿਹੜਾ ਬਾਦਸ਼ਾਹ ਨੂੰ ਮੀਆਂ ਕਹਿ ਦੇਵੇਗਾ। ਕਿਉਂਕਿ ਗੁਰਬਾਣੀ ਦੇ ਵਿੱਚ ਪਾਠ ਹੁੰਦਾ ਹੈ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਨੇ, ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਵਣ ਵਡਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਦੇ ਬਾਬਤ ਕਹਿੰਦੇ ਨੇ ਕਿ ਤੂੰ ਤੇ ਸੁਲਤਾਨ ਹੈ, ਤੂੰ ਤੇ ਵੱਡਾ ਬਾਦਸ਼ਾਹ ਹੈ, ਹੋ ਮੀਆਂ ਤੇ ਮੈਂ ਮੀਆਂ ਹਾਂ, ਛੋਟਾ ਜਿਹਾ ਤੇਰਾ ਕਰਿੰਦਾ ਹਾਂ, ਤੇਰੀ ਕਵਣ ਵਡਾਈ, ਤੇਰੀ ਵਡਿਆਈ ਮੈਂ ਕੀ ਕਹਿ ਸਕਾਂਗਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਕੋਈ ਮਨੁੱਖ ਆਪਣੀ ਅਕਲਮੰਦੀ ਦੇ ਨਾਲ ਇਹ ਸਮਝੇ ਕਿ ਮੈਂ ਬਾਦਸ਼ਾਹ ਦੀ ਵਡਿਆਈ ਕਰਾਂ, ਤੇ ਵਡਿਆਈ ਕਰਨ ਦੇ ਵਾਸਤੇ ਜੇ ਉਹ ਬਾਦਸ਼ਾਹ ਨੂੰ ਮੀਆਂ ਕਹਿ ਦੇਵੇ, ਇਹਦੇ ਵਿੱਚ ਉਹਦੀ ਵਡਿਆਈ ਨਹੀਂ ਹੁੰਦੀ, ਬਾਦਸ਼ਾਹ ਕਦੇ ਵੀ ਉਸ ਦੇ ਉੱਤੇ ਪ੍ਰਸੰਨ ਨਹੀਂ ਹੁੰਦਾ। ਤੇ ਦੱਸ ਤੇਰੇ ਪਾਹਣ ਕਹਿਣ ਦੇ ਉੱਤੇ, ਤੇਰੇ ਪੱਥਰ ਕਹਿਣ ਦੇ ਉੱਤੇ ਪਰਮੇਸ਼ਰ ਕਿਵੇਂ ਪ੍ਰਸੰਨ ਹੋਏਗਾ। ਅਸ ਮੇਰੋ ਠਾਕੁਰ ਜੋਈ, ਸਭ ਹਿਨ ਤੇ ਉਪਰ ਸੋਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰਾ ਜਿਹੜਾ ਠਾਕੁਰ ਹੈ, ਮੇਰਾ ਜਿਹੜਾ ਪਰਮੇਸ਼ਰ ਹੈ ਨਾ, ਉਹ ਸਾਰਿਆਂ ਤੋਂ ਉੱਚਾ ਹੈ। ਤੇ ਰੂਪ ਸੁਣੋ ਦਿਜ ਕਾਨਾ, ਤਬ ਸ੍ਰੀ ਗੁਰ ਸ਼ਬਦ ਬਖਾਨਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰਾ ਜਿਹੜਾ ਠਾਕੁਰ ਹੈ, ਮੇਰਾ ਜਿਹੜਾ ਪ੍ਰਭੂ ਹੈ, ਉਹ ਕਿਸ ਤਰ੍ਹਾਂ ਦਾ ਹੈ। ਗੁਰੂ ਜੀ ਕਹਿੰਦੇ ਨੇ ਕਿ ਕੰਨ ਦੇ ਕੇ ਉਹਦੇ ਸਰੂਪ ਨੂੰ ਸੁਣ ਲੈ। ਤਬ ਸ੍ਰੀ ਗੁਰ ਸ਼ਬਦ ਬਖਾਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਫਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਸ਼ਬਦ ਬਿਆਨ ਕੀਤਾ ਆਸਾ ਰਾਗ ਦੇ ਵਿੱਚ। ਆਸਾ ਮਹੱਲਾ ਪੰਜਵਾਂ। ਆਠ ਪਹਰ ਉਦਕ ਇਸਨਾਨੀ, ਸਦ ਹੀ ਭੋਗ ਲਗਾਏ ਸੋ ਗਿਆਨੀ। ਬਿਰਥਾ ਕਾਹੂ ਛੋੜੈ ਨਾਹੀ, ਬਹੁਰ ਬਹੁਰ ਤਿਸ ਲਾਗਹਿ ਪਾਈ। ਸਾਲ ਗਿਰਾਮ ਹਮਾਰਾ ਸੇਵਾ, ਪੂਜਾ ਅਰਚਾ ਬੰਦਨ ਦੇਵਾ। ਰਹਾਓ ਘੰਟਾ ਜਾਕਾ ਸੁਣੀਐ ਚਾਹ ਕੁੰਟ, ਆਸਨ ਜਾਕਾ ਸਦਾ ਬੈਕੁੰਠ। ਜਾਕਾ ਚਵਰ ਸਭ ਉਪਰ ਝੂਲੈ, ਤਾਕਾ ਧੂਪ ਸਦਾ ਪਰ ਫੁੱਲੈ। ਘਟ ਘਟ ਸੰਪਟ ਹੈ ਰੇ ਜਾਂਕਾ, ਅਭਾਗ ਸਭਾ ਸੰਗ ਹੈ ਸਾਦਾ। ਆਰਤੀ ਕੀਰਤਨ
सदा आनंद, महिमा सुंदर सदा बेअंत। जिसै प्रापत तिस ही लहना, संत चरण ओ आयो सरना। हाथ चढ़ियो हर साल गिराम, कहो नानक गुर कीनो दान। सतगुरु अर्जन देव सच्चे पातशाह जी ने आसा राग दा ਇਹ ਸ਼ਬਦ ਪੜਿਆ ਤੇ ਗੁਰੂ ਜੀ ਕਹਿੰਦੇ ਨੇ ਕਿ ਸਾਡਾ ਇਸ ਤਰ੍ਹਾਂ ਦਾ ਠਾकुर ਹੈ, ਇਸ ਤਰ੍ਹਾਂ ਦਾ ਪਰਮੇਸ਼ਰ ਹੈ। ਇਹ ਠਾਕਰ ਹਮਰੋ ਪਾਰਾ, ਜੋ ਸਭ ਕੋ ਸਦਾ ਸੰਭਾਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਠਾਕਰ ਸਾਡਾ ਭਾਰਾ ਹੈ, ਵੱਡਾ ਹੈ, ਜਿਹੜਾ ਕਿ ਹਰ ਇੱਕ ਦੀ ਸਦਾ ਸੰਭਾਲ ਕਰਦਾ ਹੈ। ਪ੍ਰਭ ਊਚਾ ਹੈ ਊਚਾ ਹੈ ਊਚਾ, ਜਿਹ ਸਮਸਰ ਕੋ ਨਾ ਪਹੁੰਚਾ। ਗੁਰੂ ਜੀ ਕਹਿੰਦੇ ਨੇ ਪ੍ਰਭੂ ਉੱਚਿਆਂ ਤੋਂ ਉੱਚਾ ਹੈ, ਉਹ ਹੋਰ ਵੀ ਜ਼ਿਆਦਾ ਉੱਚਿਆਂ ਤੋਂ ਉੱਚਾ ਹੈ, ਜਿਹਦੀ ਬਰਾਬਰੀ ਤੇ ਕੋਈ ਵੀ ਪਹੁੰਚ ਨਹੀਂ ਸਕਦਾ। ਹਮ ਰਿਦ ਮੈਂ ਸਦਾ ਬਸਾਇਓ, ਨਿਸ ਦਿਓਸ ਨ ਕਬ ਹੈ ਭੁਲਾਇਓ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਐਸੇ ਪ੍ਰਭੂ ਨੂੰ ਅਸੀਂ ਹਮੇਸ਼ਾ ਹੀ ਹਿਰਦੇ ਦੇ ਵਿੱਚ ਵਸਾ ਕੇ ਰੱਖਿਆ ਹੈ, ਰਾਤ ਤੇ ਦਿਨ ਅਸੀਂ ਕਦੇ ਵੀ ਉਸ ਨੂੰ ਨਹੀਂ ਭੁਲਾਉਂਦੇ। ਗਨ ਦੀਨ ਬੰਦ ਜਗਨਾਥਾ, ਨਿਜ ਸੇਵਕ ਕੇ ਨਿਤ ਸਾਥਾ। ਸਾਡਾ ਜਿਹੜਾ ਠਾकुर ਹੈ ਉਹ ਮਾਨੋ ਕਿ ਦੀਨਾਂ ਦਾ ਬੰਧੂ ਹੈ ਔਰ ਮਾਨੋ ਕਿ ਜਗਤ ਦਾ ਨਾਥ ਹੈ। ਆਪਣੇ ਸੇਵਕਾਂ ਦੇ ਹਮੇਸ਼ਾ ਉਹ ਨਾਲ ਰਹਿੰਦਾ। ਕਰ ਪ੍ਰਗਟ ਆਪਣੋ ਰੂਪਾ, ਹੋਏ ਭਗਤਨ ਕੇ ਅਨਰੂਪਾ। ਮਾਨੋ ਕਿ ਆਪਣੇ ਆਪ ਦਾ ਰੂਪ ਉਹ ਪ੍ਰਗਟ ਕਰਦਾ ਹੈ ਔਰ ਹਮੇਸ਼ਾ ਆਪਣੇ ਭਗਤਾਂ ਦੇ ਅਨੁਸਾਰ ਰਹਿੰਦਾ। ਜਬ ਪੀਰ ਪਰ ਕਿਤ ਆਈ, ਦੇ ਆਪਣ ਹੱਥ ਬਚਾਈ। ਜਦੋਂ ਵੀ ਕਿਸੇ ਸਿੱਖ ਸੇਵਕ ਦੇ ਉੱਤੇ ਭੀੜ ਬਣਦੀ ਹੈ, ਔਕੜ ਆਉਂਦੀ ਹੈ, ਤੇ ਉਹ ਹੱਥ ਦੇ ਕੇ ਉਸ ਦਾ ਬਚਾਅ ਕਰਦਾ ਹੈ, ਉਸ ਦੀ ਰੱਖਿਆ ਕਰਦਾ ਹੈ। ਹੈ ਭਗਤ ਵਛਲ ਤਿਸ ਨਾਮੂ, ਗਨ ਦੀਨ ਬੰਦ ਅਬੀਰਾਮੂ। ਉਸ ਨੂੰ ਭਗਤ ਵਛਲ ਵੀ ਆਖਿਆ ਜਾਂਦਾ ਹੈ ਔਰ ਕਹਿੰਦੇ ਨੇ ਕਿ ਦੀਨਾਂ ਦਾ ਬੰਧੂ ਵੀ ਆਖਿਆ ਜਾਂਦਾ ਹੈ। ਐਸਾ ਮੇਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਠਾकुर ਹੈ। ਸੋ ਸਦਾ ਗਰੀਬ ਨਿਵਾਜਾ, ਬਹੁ ਆਦਮ ਉਧਾਰਨ ਕਾਜਾ। ਉਹਨੂੰ ਗਰੀਬ ਨਵਾਜ ਵੀ ਆਖਿਆ ਜਾਂਦਾ ਹੈ, ਵੱਡੇ ਪਾਪੀਆਂ ਦਾ ਉਧਾਰ ਕਰਨ ਵਾਲਾ ਹੈ। ਇਸ ਕਰਕੇ ਉਹਦਾ ਕੰਮ ਵੀ ਇਹੀ ਹੈ ਕਿ ਪਾਪੀਆਂ ਦਾ ਉਧਾਰ ਕਰਨਾ। ਇਸ ਪ੍ਰਕਾਰ ਠਾਕਰ ਪ੍ਰਭੂ, ਸਾਲ ਗਿਰਾਮ ਬਿਸਾਲ। ਸ੍ਰੀ ਗੁਰ ਅਰਜਨ ਬਰਨਿਓ, ਸੁਣਤ ਬਿਪਰ ਤਿਸ ਕਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਲਗ੍ਰਾਮ ਦੀ, ਆਪਣੇ ਠਾਕਰ ਦੀ, ਆਪਣੇ ਪ੍ਰਭੂ ਦੀ ਜਾਣਕਾਰੀ ਦਿੱਤੀ ਹੈ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵਰਣਨ ਕੀਤਾ ਤੇ ਉਹ ਜਿਹੜਾ ਪੰਡਤ ਸੀ ਨਾ, ਉਹਨੇ ਇਸ ਨੂੰ ਸੁਣਿਆ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸੁਣ ਕਰ ਬੋਲਿਓ ਬਿਪਰ ਤਬ, ਪਾਖਾ ਬਾਣੀ ਇਹ। ਸੰਸਕ੍ਰਿਤ ਹਮ ਕੋ ਰੁਚੈ, ਪਠੈ ਸੁਣੇ ਧਰ ਨੇਹ। ਕਵੀ ਜੀ ਲਿਖਦੇ ਨੇ ਕਿ ਜਦੋਂ ਪੰਡਤ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਇਸ ਤਰ੍ਹਾਂ ਦੇ ਬਚਨ ਸੁਣੇ ਤੇ ਫਿਰ ਪੰਡਤ ਨੇ ਸਵਾਲ ਕੀਤਾ, ਕਹਿੰਦਾ ਬਾਣੀ ਭਾਖਾ ਇਹ, ਸੰਸਕ੍ਰਿਤ ਹਮ ਕੋ ਰੁਚੈ, ਪਠੈ ਸੁਣੈ ਧਰ ਨੇਹ। ਪੰਡਤ ਕਹਿੰਦਾ ਕਿ ਸੱਚੇ ਪਾਤਸ਼ਾਹ ਸੰਸਕ੍ਰਿਤ ਜਿਹੜੀ ਭਾਸ਼ਾ ਹੈ ਨਾ, ਉਹ ਸਾਡੇ ਮਨ ਨੂੰ ਭਾਉਂਦੀ ਹੈ, ਚੰਗੀ ਲੱਗਦੀ ਹੈ। ਇਸ ਕਰਕੇ ਸੰਸਕ੍ਰਿਤ ਨੂੰ ਅਸੀਂ ਪੜ੍ਹਦੇ ਹਾਂ ਔਰ ਉਹਦੇ ਸ਼ਲੋਕਾਂ ਨੂੰ ਸੁਣਾਉਂਦੇ ਹਾਂ। ਕਹਿੰਦੇ ਨੇ ਕਿ ਤੁਸੀਂ ਜਿਹੜੀ ਆਪਣੀ ਬਾਣੀ ਹੈ ਨਾ, ਉਹਨੂੰ ਭਾਖਾ ਦੇ ਵਿੱਚ ਬਣਾਇਆ। ਭਾਖਾ ਤੋਂ ਭਾਵ ਹੈ ਕਿ ਆਮ ਬੋਲ ਚਾਲਦੀ ਬੋਲੀ। ਪਰਮਾਨ ਕਰ ਤਿਸ ਕੇਰਾ, ਕਲਿਆਣ ਸੋ ਦੇਤ ਉਚੇਰਾ। ਪੰਡਤ ਕਹਿੰਦਾ ਕਿ ਅਸੀਂ ਸਿਰਫ ਸੰਸਕ੍ਰਿਤ ਭਾਸ਼ਾ ਨੂੰ ਹੀ ਪ੍ਰਮਾਣ ਨਹੀਂ ਕਰਦੇ ਹਾਂ, ਭਾਵ ਕਿ ਉਸ ਨੂੰ ਹੀ ਮੰਨਦੇ ਹਾਂ। ਕਲਿਆਣ ਸੋ ਦੇਤ ਉਚੇਰਾ, ਕਿਉਂਕਿ ਸੰਸਕ੍ਰਿਤ ਹੀ ਇੱਕ ਐਸੀ ਭਾਸ਼ਾ ਹੈ ਜਿਹੜਾ ਕਿ ਕਲਿਆਣ ਦਿੰਦੀ।
ਸੁਰ ਬਾਣੀ ਜਾਨੋ ਸੋਈ, ਪਠ ਵਿਦਿਆ ਲੈ ਸਭ ਕੋਈ। ਇਸ ਤੋਂ ਇਲਾਵਾ ਪੰਡਤ ਨੇ ਆਖਿਆ ਕਿ ਜਿਹੜੀ ਸੰਸਕ੍ਰਿਤ ਭਾਸ਼ਾ ਹੈ ਉਸ ਨੂੰ ਮਾਨੋ ਕਿ ਦੇਵਤਿਆਂ ਦੀ ਬੋਲੀ ਆਖਿਆ ਗਿਆ। ਪਠ ਵਿਦਿਆ ਲੈ ਸਭ ਕੋਈ, ਐਸੀ ਵਿਦਿਆ ਨੂੰ ਪੜ੍ਹ ਕੇ ਸਾਰੇ ਮਾਨੋ ਕਿ ਗਿਆਨ ਪ੍ਰਾਪਤ ਕਰਦੇ ਨੇ। ਕਿਆ ਭਾਖਾ ਤੇ ਹੋਏ ਜਾਵੇ, ਜਿਹ ਲੋਕ ਨਹੀਂ ਮੰਨ ਲਿਆਵੇਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੰਡਤ ਕਹਿੰਦਾ ਕਿਆ ਭਾਖਾ ਤੇ ਹੋਏ ਜਾਵੇ, ਭਾਵ ਕਿ ਤੁਹਾਡੀ ਜਿਹੜੀ ਲਿਖੀ ਹੋਈ ਗੁਰਬਾਣੀ ਹੈ ਕਹਿੰਦੇ ਨੇ ਕਿ ਉਹ ਕੀ ਸਵਾਰੇਗੀ। ਜੇ ਲੋਕ ਨਹੀਂ ਮੰਨ ਲਿਆਵੇਂ, ਸਾਡੇ ਵਰਗੇ ਜਿਹੜੇ ਪੰਡਤ ਗਿਆਨੀ ਲੋਕ ਨੇ ਨਾ, ਉਹ ਮਾਨੋ ਕਿ ਇਸ ਨੂੰ ਪ੍ਰਮਾਣਿਕ ਨਹੀਂ ਕਰਦੇ। ਕਿ ਮਕਾਰ ਹੈ ਸ਼ੁਭ ਗਤ ਇਹੀ, ਜਿਸ ਬਿਖੈ ਜੁਗਤ ਨਹੀਂ ਕੇਹੀ। ਪੰਡਤ ਸਤਿਗੁਰਾਂ ਨੂੰ ਕਹਿੰਦਾ ਹੈ ਕਿ ਤੁਹਾਡੀ ਇਹ ਜਿਹੜੀ ਬਾਣੀ ਹੈ ਨਾ, ਕਿਸ ਤਰੀਕੇ ਦੇ ਨਾਲ ਚੰਗੀ ਗਤੀ ਮਨੁੱਖਾਂ ਨੂੰ ਦੇਵੇਗੀ, ਕਿਉਂਕਿ ਇਸ ਦੇ ਵਿੱਚ ਕੋਈ ਵੀ ਚੰਗੀ ਜੁਗਤ ਨਹੀਂ। ਸੁਣ ਬੋਲੇ ਗੁਰੂ ਪ੍ਰਬੀਨਾ, ਬਿਨ ਪਾਖਾ ਸੰਸਕ੍ਰਿਤ ਹੀਨਾ। ਜਦੋਂ ਪੰਡਤ ਨੇ ਇਸ ਤਰ੍ਹਾਂ ਦੇ ਸਵਾਲ ਕੀਤੇ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਪੰਡਤ ਜੀ ਬਿਨ ਭਾਖਾ ਸੰਸਕ੍ਰਿਤ ਹੀਨਾ, ਮਾਨੋ ਕਿ ਭਾਖਾ ਤੋਂ ਬਿਨਾ ਸੰਸਕ੍ਰਿਤ ਹੀਨੀ ਹੈ, ਭਾਵ ਕੇ ਮੁਹਤਾਜ ਹੈ। ਜਗਿਆ ਸੁਨਹਨ ਉਦਾਰ, ਕਿਮ ਭਗਤ ਗਿਆਨ ਸਿੱਖ ਧਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਗਿਆਸੂਆਂ ਦਾ ਉਦਾਰ ਸੰਸਕ੍ਰਿਤ ਨਹੀਂ ਕਰ ਸਕਦੀ, ਕਿਮ ਭਗਤ ਗਿਆਨ ਸਿੱਖ ਧਾਰੈ, ਮਾਨੋ ਕਿ ਕਿਸ ਤਰੀਕੇ ਦੇ ਨਾਲ ਭਗਤ ਗਿਆਨ ਦੀ ਧਾਰਨਾ ਕਰ ਸਕਣਗੇ। ਜਬ ਪਠੋ ਸਲੋਕ ਉਚਾਰੀ, ਨਹੀਂ ਸਮਝ ਕੋ ਨਰ ਨਾਰੀ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪੰਡਤ ਜੀ ਸੱਚੀ ਗੱਲ ਤੇ ਇਹ ਹੈ ਕਿ ਜਦੋਂ ਤੁਸੀਂ ਸੰਸਕ੍ਰਿਤ ਦੇ ਵਿੱਚ ਕੋਈ ਸ਼ਲੋਕਾਂ ਨੂੰ ਪੜ੍ਹਦੇ ਹੋ, ਉਸ ਵੇਲੇ ਕਹਿੰਦੇ ਨੇ ਕਿ ਜਿੰਨੇ ਵੀ ਬੈਠੇ ਹੁੰਦੇ ਨੇ ਇਸਤਰੀਆਂ ਪੁਰਸ਼, ਕਿਸੇ ਨੂੰ ਕੋਈ ਵੀ ਸਮਝ ਨਹੀਂ ਲੱਗਦੀ ਕਿ ਤੁਸੀਂ ਕੀ ਕਹਿ ਰਹੇ। ਵਿੱਚ ਪਾਖਾ ਅਰਥ ਬਖਾਨੇ, ਤਬ ਸਭ ਅਣਜਾਣ ਪੀ ਜਾਣੇ। ਸਤਿਗੁਰੂ ਜੀ ਕਹਿੰਦੇ ਨੇ ਜਦੋਂ ਤੁਸੀਂ ਸੰਸਕ੍ਰਿਤ ਦੇ ਸ਼ਲੋਕ ਉਚਾਰਨ ਕਰਦੇ ਹੋ, ਸਾਰੇ ਬੈਠੇ ਹੁੰਦੇ ਆ, ਤੁਸੀਂ ਕਹਿ ਛੱਡਦੇ ਹੋ, ਉਹ ਸੁਣ ਛੱਡਦੇ ਨੇ, ਪਰ ਪਤਾ ਕੁਝ ਨਹੀਂ ਲੱਗਦਾ। ਫੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਆਮ ਬੋਲ ਚਾਲੀ ਦੀ ਬੋਲੀ ਦੇ ਵਿੱਚ ਫਿਰ ਤੁਸੀਂ ਉਹਨਾਂ ਸ਼ਲੋਕਾਂ ਦਾ ਅਰਥ ਕਰਦੇ ਹੋ, ਤੇ ਜਦੋਂ ਅਰਥ ਕਰਦੇ ਹੋ, ਖੁਲਾਸਾ ਕਰਦੇ ਹੋ, ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਅਣਜਾਣ ਵੀ ਸਮਝ ਜਾਂਦੇ ਨੇ ਕਿ ਕੀ ਭਾਵ ਹੈ। ਬਿਨ ਪਾਖਾ ਸਰਿਓ ਨ ਕਾਮੋ, ਉਪਦੇਸ਼ ਨ ਪਾਇ ਬਿਰਾਮੋ। ਸਤਿਗੁਰੂ ਜੀ ਕਹਿੰਦੇ ਨੇ ਇਸ ਦਾ ਕੀ ਅਰਥ ਨਿਕਲਦਾ ਹੈ? ਅਰਥ ਇਹ ਨਿਕਲਦਾ ਹੈ ਕਿ ਆਮ ਬੋਲੀ ਤੋਂ ਬਗੈਰ ਤੁਹਾਡੀ ਸੰਸਕ੍ਰਿਤ ਭਾਸ਼ਾ ਨੇ ਲੋਕਾਂ ਦਾ ਕੁਝ ਨਹੀਂ ਸਵਾਰਿਆ। ਕਹਿਣ ਤੋਂ ਭਾਵ ਇਹ ਹੈ ਕਿ ਜੇ ਤੁਸੀਂ ਆਮ ਬੋਲੀ ਦੇ ਵਿੱਚ ਅਰਥ ਦੱਸੇ ਨੇ ਤਾਂ ਹੀ ਮੰਨੋ ਕਿ ਕੰਮ ਸਰਿਆ ਹੈ, ਜੇ ਇਸ ਤਰ੍ਹਾਂ ਨਾ ਕਰਦੇ ਤੇ ਕੰਮ ਨਾ ਚੱਲਦਾ। ਇਸ ਕਰਕੇ ਮੰਨੋ ਕਿ ਉਪਦੇਸ਼ ਨਾ ਪਾ ਅਵਿਰਾਮੋ, ਇਕੱਲੀ ਸੰਸਕ੍ਰਿਤ ਦੇ ਨਾਲ ਜਿਹੜਾ ਉਪਦੇਸ਼ ਹੋਣਾ ਹੈ ਨਾ, ਉਹ ਹੋ ਨਹੀਂ ਸਕਦਾ। ਕਲਿਆਣ ਨ ਸਿੱਖ ਕੋ ਕੀਨਾ, ਜਿਸ ਬਿਨਾ ਭਾਈ ਫਲ ਹੀ ਨਾ। ਇਸ ਕਰਕੇ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਸੰਸਕ੍ਰਿਤ ਜਿਹੜੀ ਇਕੱਲੀ ਹੈ ਨਾ, ਉਹ ਸਿੱਖ ਦਾ ਕਲਿਆਣ ਨਹੀਂ ਕਰ ਸਕਦੀ। ਇਸ ਕਰਕੇ ਮੰਨੋ ਕਿ ਜ਼ਰੂਰਤ ਹੈ ਉਸ ਨੂੰ ਬੋਲੀ ਦੀ। ਲੱਖ ਮੂਲ ਸੋ ਭਾਖਾ ਜਾਂਤੇ, ਜਿਹ ਪਠੇ ਸਕਲ ਬਰਸਾਤੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਕਰਕੇ ਜਾਣ ਲਓ ਕਿ ਜਿਹੜੀ ਮੂਲ ਚੀਜ਼ ਹੈ ਨਾ, ਉਹ ਹੈ ਭਾਖਾ, ਆਮ ਬੋਲ ਚਾਲਦੀ ਬੋਲੀ। ਬਿਨ ਸੰਸਕ੍ਰਿਤ ਕੇ ਜੋ ਭਾਖਾ, ਵਿੱਚ ਭਗਤ ਗਿਆਨ ਜਿਸ ਰਾਖਾ। ਸਤਿਗੁਰੂ ਜੀ ਕਹਿੰਦੇ ਨੇ ਕਿ ਸੰਸਕ੍ਰਿਤ ਭਾਸ਼ਾ ਤੋਂ ਬਗੈਰ ਜਿਹੜੀ ਆਮ ਬੋਲ ਚਾਲ ਦੀ ਬੋਲੀ ਹੈ, ਉਹਦੇ ਵਿੱਚ ਭਗਤੀ ਤੇ ਗਿਆਨ ਰੱਖਿਆ ਹੋਇਆ। ਸਭ ਸਮਝ ਲੇਹ ਨਰ ਨਾਰੀ, ਗਤ ਕਾਰਜ ਲੇਹ ਸੁਧਾਰੀ। ਫਿਰ ਉਸ ਨੂੰ ਸਮਝ ਸਕਦੇ ਨੇ ਸਾਰੇ ਇਸਤਰੀਆਂ ਤੇ ਪੁਰਸ਼, ਔਰ ਆਪਣੇ ਕਾਰਜਾਂ ਨੂੰ ਸੁਧਾਰ ਸਕਦੇ ਨੇ, ਸਵਾਰ ਸਕਦੇ ਨੇ। ਇਹ ਇਕੱਲੀ ਦੇ ਕਲਿਆਣਾ, ਜੋ ਸੁਣੇ ਕਮਾਏ ਸੋ ਜਾਣਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਕਰਕੇ
ਇਹ ਇਕੱਲੀ ਹੀ ਕਲਿਆਣ ਦਾ ਰਾਹ ਦੱਸ ਦਿੰਦੀ ਹੈ। ਜਿਹੜਾ ਸੁਣਦਾ ਹੈ, ਜਿਹੜਾ ਇਸ ਦੀ ਕਮਾਈ ਕਰਦਾ ਹੈ, ਉਸ ਨੂੰ ਕਲਿਆਣ ਮਿਲਦਾ। ਪਠ ਕਰ ਵਿਚਾਰ ਸੁਖੈਨ, ਸ਼ੁਭ ਪਠਨ ਕਠਨ ਕੁਛ ਹੈ ਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਅਸੀਂ ਜਿਹੜੀ ਗੁਰਬਾਣੀ ਬਣਾਈ ਹੈ, ਆਮ ਬੋਲ ਚਾਲ ਦੀ ਬੋਲੀ ਵਿੱਚ ਬਣਾਈ ਹੈ, ਇਸ ਕਰਕੇ ਮੰਨੋ ਕਿ ਉਸ ਨੂੰ ਪੜ੍ਹਨਾ ਸੌਖਾ ਹੈ, ਉਸ ਦੀ ਵਿਚਾਰ ਕਰਨੀ ਸੌਖੀ ਹੈ। ਇਸ ਕਰਕੇ ਮੰਨੋ ਕਿ ਕੋਈ ਵੀ ਔਖੀ ਗੱਲ ਨਹੀਂ ਹੈ, ਇਹ ਸੌਖੀ ਗੱਲ ਹੈ। ਚਾਹਤ ਨਹੀਂ ਸਹਾਇਤਾ संस्कृत की, कटक मोह को बिकट जो काट लेहा दे। सतगुरु अर्जन देव सच्चे पातशाह जी कहते हैं कि साडी इस भाषा नू, साडी इस बोली नू मानो कि संस्कृत की कोई जरूरत नहीं है। काटक मोह को बिकट जो काट लेहा दे, भाव के कठन मोह दी सैना नू जो कटदी है, ਲੈ ਦੇ ਕਰਕੇ, ਭਾਵ ਕੇ ਫੜ ਲਓ ਕਰਕੇ ਇਸ ਨੂੰ ਕੋਈ ਸਹਾਇਤਾ ਦੀ ਲੋੜ ਨਹੀਂ। ਜਥਾ ਸੁਪਾਟ ਹੱਥ ਰਥੀ ਹੋਏ ਲਰਤ ਨਾ ਚਾਹਤ ਸਹਾਏ। ਹੁਣ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ ਆਪਣੇ ਬਚਨ ਦੇ ਬਾਰੇ ਇੱਕ ਪ੍ਰਮਾਣ ਦਿੰਦੇ ਨੇ। ਕਹਿੰਦੇ ਨੇ ਕਿ ਜਿਸ ਤਰ੍ਹਾਂ ਕੋਈ ਵੱਡਾ ਯੋਧਾ ਜਿਹਨੂੰ ਕਿ ਅਤਰਥੀ ਸੂਰਮਾ ਆਖਿਆ ਜਾਵੇ, ਉਹ ਲੜਦਾ ਹੈ ਔਰ ਉਹ ਸਹਾਇਤਾ ਦੀ ਕਿਸੇ ਤੋਂ ਮੰਗ ਨਹੀਂ ਕਰਦਾ। ਅਣਗਿਣ ਸ਼ਤਰੂ ਸੈਨ ਕੋ ਨਾਸੈ ਯੁੱਧ ਮਚਾਏ। ਅਤਰਥੀ ਜਿਹੜਾ ਸੂਰਮਾ ਹੁੰਦਾ ਹੈ, ਉਹ ਕਿਸੇ ਦੀ ਸਹਾਇਤਾ ਦੀ ਮੰਗ ਨਹੀਂ ਕਰਦਾ, ਇਕੱਲਾ ਹੀ ਜੰਗ ਦੇ ਵਿੱਚ ਅਣਗਿਣਤ ਸ਼ਤਰੂਆਂ ਦੇ ਨਾਲ ਲੜ ਜਾਂਦਾ ਹੈ, ਵੱਡਾ ਯੁੱਧ ਮਚਾਉਂਦਾ ਹੈ। ਸੰਸਕ੍ਰਿਤ ਤੁਮਰੀ ਜੋ ਹੈ ਰਥੀ, ਮਹਾਰਥੀ ਦੋਏ ਚਹਿਨਾ ਸਹਾਏ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਸੇ ਤਰੀਕੇ ਦੇ ਨਾਲ ਜਿਹੜੀ ਤੁਹਾਡੀ ਸੰਸਕ੍ਰਿਤ ਹੈ ਨਾ, ਉਹ ਹੈ ਰਥੀ। ਇਸ ਕਰਕੇ ਉਸ ਨੂੰ ਸਹਾਇਤਾ ਦੀ ਲੋੜ ਹੈ। ਪਰ ਜਿਹੜੀ ਸਾਡੀ ਬੋਲੀ ਹੈ ਨਾ, ਜਿਹੜੀ ਸਾਡੀ ਭਾਸ਼ਾ ਹੈ, ਉਹ ਹੈ ਮਹਾਰਥੀ, ਜਿਹਨੂੰ ਕਿਸੇ ਦੀ ਜ਼ਰੂਰਤ ਨਹੀਂ ਪੈਂਦੀ। ਚਾਹੇ ਸਹਾਇ ਗਨ ਮੈਂ ਲੜਕ, ਇੱਕ ਮੈਂ ਸ਼ਕਤ ਨਾ ਹੋਈ। ਇਸ ਕਰਕੇ ਸੰਸਕ੍ਰਿਤ ਇਕੱਲੀ ਦੇ ਵਿੱਚ ਇੰਨੀ ਸ਼ਕਤੀ ਨਹੀਂ ਹੈ ਕਿ ਕਿਸੇ ਨੂੰ ਲਾਭ ਪਹੁੰਚਾ ਸਕੇ। ਜੇਕਰ ਸੰਸਕ੍ਰਿਤ ਨੂੰ ਸਹਾਇਤਾ ਨਾ ਹੋਵੇ ਆਮ ਬੋਲੀ ਦੀ, ਤੇ ਫਿਰ ਉਹ ਕੁਝ ਸਵਾਰ ਨਹੀਂ ਸਕਦੀ। ਪਾਖਾ ਕੋਲੋ ਸੰਗ ਨਿਜ, ਸਿੱਖਣ ਕੋ ਸਮਝਾਏ। ਮੋਹ ਕਟਕ ਤਬ ਜੀਤ ਹੈ, ਗਤ ਦੇ ਜੌਣ ਕਮਾਏ। ਇਸ ਕਰਕੇ ਸੰਸਕ੍ਰਿਤ ਨੂੰ ਭਾਸ਼ਾ ਦੀ ਲੋੜ ਪੈਂਦੀ ਹੈ। ਉਸ ਭਾਸ਼ਾ ਦੇ ਨਾਲ ਸਿੱਖਾਂ ਸੇਵਕਾਂ ਨੂੰ ਸਮਝਾਇਆ ਜਾ ਸਕਦਾ ਹੈ। ਉਹ ਸਮਝ ਨੂੰ ਪਾ ਕੇ ਫਿਰ ਮੋਹ ਦੀ ਸੈਨਾ ਨੂੰ ਜਿੱਤ ਸਕਦੇ ਨੇ। ਕਿਮ ਸੰਸਕ੍ਰਿਤ ਕੋ ਅਦਕਤਾ, ਕਹਿ ਲਹ ਨਹੀਂ ਰੀਤ। ਪਠ ਬੇ ਤੇ ਹੰਕਾਰ ਹੈ, ਨਹੀਂ ਨਮਰਤਾ ਚੀਤ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਸ ਪੰਡਤ ਨੂੰ ਕਹਿੰਦੇ ਨੇ ਕਿ ਕਿਹੜੇ ਤਰੀਕੇ ਦੇ ਨਾਲ ਤੂੰ ਸੰਸਕ੍ਰਿਤ ਦਾ ਵੱਡਾਪਣ ਜ਼ਾਹਰ ਕਰਦਾ ਹੈ। ਲਹਿ ਨਾ ਰੀਤ, ਮਾਨੋ ਕਿ ਕਿਸੇ ਰੀਤੀ ਨੂੰ ਤੂੰ ਨਾ ਜਾਣਦਾ ਹੋਇਆ ਕਿਵੇਂ ਸੰਸਕ੍ਰਿਤ ਦੀ ਵਿਸ਼ੇਸ਼ਤਾ ਨੂੰ ਕਹਿੰਦਾ ਹੈ। ਪਠਬੇ ਤੇ ਹੰਕਾਰ ਹੋਇਆ, ਨਹੀਂ ਨਮਰਤਾ ਚੀਤ, ਮਾਨੋ ਕਿ ਪੜਨ ਦੇ ਨਾਲ ਤੇਰੇ ਮਨ ਦੇ ਵਿੱਚ ਤੇ ਹੰਕਾਰ ਪੈਦਾ ਹੋਇਆ, ਨਿਮਰਤਾ ਨੂੰ ਚਿੱਤ ਦੇ ਵਿੱਚ ਤੂੰ ਧਾਰਨ ਨਹੀਂ ਕੀਤਾ। ਬਿਨਾ ਗਰੀਬੀ ਭਗਤ ਨਹੀਂ, ਜਿਸ ਤੇ ਕਲ ਮੈਂ ਸ਼੍ਰੇਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਗੈਰ ਗਰੀਬੀ ਤੋਂ, ਬਗੈਰ ਨਿਰਮਾਈ ਤੋਂ ਭਗਤੀ ਹੋ ਨਹੀਂ ਸਕਦੀ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਭਗਤੀ ਨਾ ਹੋਵੇ ਤੇ ਕਲਯੁਗ ਦੇ ਵਿੱਚ ਕਲਿਆਣ ਨਹੀਂ ਮਿਲ ਸਕਦਾ। ਟਿੱਬਾ ਊਚ ਨ ਜਾਮਈ, ਕ੍ਰਿਸ਼ੀ ਬੀਜ ਜੋ ਦੇਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਮਾਣ ਦਿੱਤਾ ਕਿ ਜੇਕਰ ਉੱਚੇ ਟਿੱਬੇ ਦੇ ਉੱਤੇ ਖੇਤੀ ਨੂੰ ਬੀਜਿਆ ਜਾਵੇ, ਕਦੇ ਵੀ ਖੇਤੀ ਜੰਮਦੀ ਨਹੀਂ ਹੈ, ਉਗਦੀ ਨਹੀਂ। ਸੰਸਕ੍ਰਿਤ ਕੀ ਵਾਰਤਾ, ਅਪਰ ਸੁਨੋ ਮਨ ਲਾਏ। ਮੁਨ ਸਭ ਹੋਏ ਵਿਚਾਰੀਏ, ਕਰ ਬੇਪੱਖ ਬਿਹਾਏ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੰਸਕ੍ਰਿਤ ਦੀ ਜਿਹੜੀ ਵਾਰਤਾ ਹੈ ਨਾ, ਉਹ ਹੋਰ ਵੀ ਤੂੰ ਮਨ ਲਾ ਕੇ ਸੁਣ ਲੈ। ਗੁਰੂ ਜੀ ਕਹਿੰਦੇ ਨੇ ਮੁਨਸਬ ਹੋਏ ਵਿਚਾਰੀਏ, ਪਰ ਯਾਦ ਰੱਖ ਮੁਨਸਬ ਹੋ ਕੇ ਇਸ ਗੱਲ ਦੀ ਵਿਚਾਰ ਕਰਨੀ ਹੈ ਜਿਹੜੀ ਮੈਂ ਕਹਿਣ ਲੱਗਾ ਹਾਂ। ਮੁਨਸਬ ਦਾ ਭਾਵ ਹੁੰਦਾ ਹੈ
कि जो न्याय करता है। केह कोई अधिकार है सबन सुनावो नाहे, बिच अधिकार न बुद्ध बड़ तो समझ कछ ताहे। सतगुरु अर्जन देव सच्चे पातशाह जी कहते ने कि कई ऐसिया जातां दे लोग ने जिन्हां नूं मानो कि हे पंडितो तुसी अधिकारी ही नहीं समझदे कि ये किसी भाषा नूं पढ़ सकते ने, क्योंकि पुराना समा इसे तरीके दा हुंदा सी। जिहड़ी पंडित जाति सी इन्हां दा काम सी विद्या पढ़नी ते पढ़ाउणी। जेकर क्षत्रियां नूं लिया जावे उन्हां दा सिर्फ काम सी लड़ाई करना, उन्हां दा विद्या पढ़न दा कोई काम नहीं सी। मेरा सिर्फ कहण तो भाव है कि जातियां दी वक्खो वखरी वंड सी ते जातां दे हिसाब दे नाल अपने अपने वखरे काम सी, भाव के वक्खो वखरे जातां दे वक्खो वखरे काम सन। हुण सतगुरु अर्जन देव सच्चे पातशाह जी ओह गल करदे ने कि कई ते ऐसे मनुख ने जिन्हां नूं तुसीं ज्ञान समझण दे अधिकारी ही नहीं समझदे। मानो कि पुराने समय दे विच हर कोई आदमी विद्या नूं नहीं सी पढ़ सकदा, अधिकार ही नहीं दिता जांदा सी कि तू विद्या पढ़ सकदा। गुरु जी कहते ने बेचे अधिकारन बुद्ध बड़ तो समझे कुछ ताहे। पहली ते गल है कि अधिकारी होना चाहिए, जेकर अधिकारी नहीं ते विद्या नहीं पढ़ाई जाएगी, विद्या का दान ही नहीं दिता जाएगा। इस तो भी अगे सतगुरु जी कहते ने कि जेकर अधिकारी भी हो जावे तां भी उसकी बहुत वड्डी समझ बूझ बुद्धि होनी चाहिए है, तां ही वो विद्या नूं हासिल कर सकता है। सुमतवंत अभ्यासी तो पठ जाना सोए, कार्य अभ्यास कमाए को तिसको फल तब होए। क्योंकि संस्कृत की जी भाषा है ना वो बहुत औखी भाषा मनी गई। इस करके आम आपां अजकल देखते हैं कि कोई कोई विरला ही होवेगा जिन्हों संस्कृत का ज्ञान है, पर पंजाबी नूं सारे बोल सकते हैं और सारे सुन सकते हैं, समझ सकते हैं। सतगुरु अर्जन देव सच्चे पातशाह जी कहते हैं पहली गल है कि अधिकारी होना चाहिए। दूसरी गल है कि उसकी बुद्धि बड़ी तीखण होनी चाहिए, श्रेष्ठ होनी चाहिए, ताकि वह पढ़ सके। जड़ा बहुत ही ज्यादा अभ्यास करने वाला होवे ते बड़ा श्रेष्ठ बुद्धि का मालक होवे, जेकर वो अभ्यास करे ते फिर थोड़ा बहुत गुरु जी कहते ने फल मिलता है। लाखों में नर पाए को जे सब विद जान जाए, अपन श्रेय सो कर सके अपनों को क्या पाए। सतगुरु जी कहते ने कि जे पढ़ लैण दियां सारियां विधियां बन जाण तां लखां दे विचों कोई एक मनुख संस्कृत नूं पढ़ के परमेश्वर दी प्राप्ति नूं करदा है। पर कहते ने अपने श्रेय सो कर सकै अपरन को क्या पाए। अपना ते कल्याण ओ लखां दे विचों एक कर सकदा है, पर सतगुरु सच्चे पातशाह जी कहते ने उस तो किसी होर नूं की प्राप्ति होवेगी। जथा कूप को नीर ले एक नर बोवे खेत, सिंचत श्रम कर निता प्रति तो कुछ निज कर लेत। सतगुरु अर्जन देव सच्चे पातशाह जी ने प्रमाण दिता, कहंदे कि जिवें कोई आदमी खूह दे पानी दे नाल मानो कि अपनी खेती नूं बीजदा है, फिर बड़ा श्रम करके बड़ी थकावट दे नाल खूह दे पानी दे नाल अपनी खेती नूं सिंच के पानी दे के ओदी पालना करदा है, तां ओदे हथ पल्ले कुछ लग जांदा है। हुण सतगुरु अर्जन देव सच्चे पातशाह जी ने एक पहले पक्ष नूं जाहिर कीता है कि संस्कृत भाषा दा किस तरह दा पक्ष है। कहंदे ने पहली गल है अधिकारी होना चाहिए, दूसरी गल है कि अधिकारी भी ऐसा होना चाहिए जिहड़ा तीखण बुद्धि का मालक होवे, तां ओह पढ़ के कल्याण की प्राप्ति कर सकता है। इस करके सतगुरां ने प्रमाण दिता कि यह जिहड़ी गल है ना इस नूं इंज कह सकते हैं कि खूह की खेती है। खूह की खेती किन्ने कुं पका सकती है, भाव के खूह के पानी दे नाल बहुती सारी खेती नूं सिंचिया नहीं जा सकता। इस करके प्राप्ति वाली गल घट है। अब पाखा की बात सुन सर्व जात अधिकार, लग दीर्घ बुद्ध सब सुने समझे सार आसार। हुण सतगुरु अर्जन देव सच्चे पातशाह जी दूसरी भाषा की बोली की गल करते ने कि हुण तू अब भाखा की बात सुन। हुण साडी जिहड़ी भाषा है ना ओदी सतगुरु जी कहंदे ने कि गल सुन। सर्व जात अधिकार, पहला इहदे विच वड्डापण है कि कोई भी जाति दा इस नूं पढ़ सकदा है।
ਲਗ ਦੀਰਘ ਬੁੱਧ ਸਮ ਸੁਣੈ ਸਮਝੇ ਸਾਰੋ ਸਾਰ। ਇਸ ਤੋਂ ਇਲਾਵਾ ਮੰਨੋ ਕਿ ਭਾਵੇਂ ਕੋਈ ਛੋਟੀ ਬੁੱਧੀ ਦਾ ਮਾਲਕ ਹੋਵੇ, ਭਾਵੇਂ ਕੋਈ ਵੱਡੀ ਬੁੱਧੀ ਦਾ ਮਾਲਕ ਹੋਵੇ, ਸਾਰੇ ਇਸ ਨੂੰ ਸਮਝ ਲੈਂਦੇ ਨੇ ਚੰਗੇ ਤਰੀਕੇ ਦੇ ਨਾਲ। ਬਹੁਤ ਨਹੀਂ ਅਭਿਆਸ ਚਹ ਥੋਰਨ ਦਿਨ ਮੈਂ ਜਾਨ। ਊਚ ਨੀਚ ਪਠ ਕਿਦੋਂ ਸੁਣ ਭਗਤ ਕਰੈ ਹਿਤ ਠਾਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰਬਾਣੀ ਨੂੰ ਪੜਨ ਦਾ ਬਹੁਤਾ ਜ਼ਿਆਦਾ ਅਭਿਆਸ ਨਹੀਂ ਕਰਨਾ ਪੈਂਦਾ। ਥੋੜਾ ਪੜ ਕੇ ਹੀ ਮੰਨੋ ਕਿ ਬਹੁਤਾ ਜ਼ਿਆਦਾ ਗਿਆਨ ਮਿਲ ਸਕਦਾ ਹੈ। ਉੱਚੇ ਪੜ ਸਕਦੇ ਨੇ, ਨੀਵੇਂ ਪੜ ਸਕਦੇ ਨੇ ਔਰ ਭਗਤੀ ਕਰ ਸਕਦੇ ਨੇ ਹਿੱਤ ਨੂੰ ਧਾਰਨ ਕਰਕੇ। ਹੁਣ ਵਿਚਾਰਨ ਦੀ ਇਹ ਲੋੜ ਹੈ ਕਿ ਆਪਾਂ ਆਦ ਬਾਣੀ ਨੂੰ ਪੜ੍ਹਦੇ ਹਾਂ, ਭਾਵੇਂ ਕਿ ਆਦ ਬਾਣੀ ਵੀ ਬੜੀ ਗੂੜ ਹੈ, ਸਮਝ ਨਹੀਂ ਪੈਂਦੀ, ਪਰ ਆਮ ਤੌਰ ਦੇ ਉੱਤੇ ਜਿਹੜੀ ਬਾਣੀ ਹੈ ਨਾ ਉਹਦੀ ਸਮਝ ਆ ਜਾਂਦੀ ਹੈ। ਜਿਹੜੇ ਸੰਸਕ੍ਰਿਤੀ ਸ਼ਲੋਕ ਲਿਖੇ ਹੋਏ ਨੇ ਗੁਰਬਾਣੀ ਦੇ ਵਿੱਚ, ਜੇਕਰ ਉਹਨਾਂ ਸ਼ਲੋਕਾਂ ਨੂੰ ਪੜ੍ਹੀਏ ਤੇ ਬੜੇ ਔਖੇ ਨੇ, ਪਰ ਜੇ ਆਮ ਬਾਣੀ ਪੜ੍ਹੀਏ ਤੇ ਉਹਨਾਂ ਦੇ ਨਾਲੋਂ ਬੜੀ ਸੌਖੀ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਸਕ੍ਰਿਤ ਦਾ ਔਰ ਆਮ ਬੋਲ ਚਾਲੀ ਦੀ ਬੋਲੀ ਦਾ ਅਧਿਐਨ ਕਰਕੇ ਦੱਸ ਰਹੇ ਨੇ। ਸੰਸਕ੍ਰਿਤੀ ਸ਼ਲੋਕਾਂ ਨੂੰ ਪੜ੍ਹ ਕੇ ਕੀ ਪਤਾ ਲੱਗਦਾ ਹੈ, ਬੜੇ ਔਖੇ ਨੇ, ਗਿਆਨੀ ਸੱਜਣ ਸਮਝ ਸਕਦੇ ਨੇ, ਪਰ ਜਿਹੜੀ ਆਮ ਗੁਰਬਾਣੀ ਹੈ ਉਹਨਾਂ ਨਾਲੋਂ ਸੌਖੀ ਹੈ, ਕਿਉਂਕਿ ਉਸ ਵੇਲੇ ਦੀ ਜਿਹੜੀ ਬੋਲੀ ਸੀ ਨਾ ਉਹ ਅੱਜ ਦੀ ਬੋਲੀ ਦੇ ਨਾਲੋਂ ਵੱਖਰੀ ਸੀ। ਉਸ ਸਮੇਂ ਜਿਸ ਤਰ੍ਹਾਂ ਦੀ ਬੋਲੀ ਸੀ ਸਤਿਗੁਰਾਂ ਨੇ ਉਸੇ ਤਰੀਕੇ ਦੇ ਨਾਲ ਉਸ ਨੂੰ ਲਿਖਿਆ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵੇਲੇ ਜੋ ਸਮਾਂ ਸੀ ਉਹ ਹੋਰ ਬੋਲੀ ਦਾ ਸੀ। ਜੇਕਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਪੜ੍ਹੀਏ ਤੇ ਬਹੁਤ ਹੀ ਜ਼ਿਆਦਾ ਸਰਲ ਲੱਗਦੀ ਹੈ, ਬੜੇ ਸੌਖੇ ਤਰੀਕੇ ਦੇ ਨਾਲ ਸਮਝ ਲੱਗ ਜਾਂਦੀ ਹੈ, ਕਿਉਂਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਬਹੁਤ ਬਾਅਦ ਦੇ ਵਿੱਚ ਗੁਰਬਾਣੀ ਨੂੰ ਲਿਖਿਆ, ਇਸ ਕਰਕੇ ਉਹ ਸਾਡੇ ਨਾਲ ਜ਼ਿਆਦਾ ਮੇਲ ਖਾਂਦੀ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਬੋਲੀ ਵੱਖਰੇ ਵੱਖਰੇ ਸਮੇਂ ਦੇ ਉੱਤੇ ਬਦਲਦੀ ਗਈ, ਇਸ ਕਰਕੇ ਸੰਸਕ੍ਰਿਤ ਬਹੁਤ ਜ਼ਿਆਦਾ ਸਾਡੇ ਤੋਂ ਪਿੱਛੇ ਹੋ ਗਏ, ਕਿਉਂਕਿ ਆਮ ਬੋਲ ਚਾਲੀ ਦੀ ਬੋਲੀ ਦੇ ਵਿੱਚ ਹੀ ਅਸੀਂ ਪ੍ਰਚਲਿਤ ਹੋ ਗਏ। ਇਸੇ ਕਰਕੇ ਮੰਨ ਲਓ ਕਿ ਸੰਸਕ੍ਰਿਤ ਦੀ ਸਾਨੂੰ ਸਮਝ ਨਹੀਂ ਪੈਂਦੀ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਹ ਗੱਲ ਕਹਿ ਰਹੇ ਨੇ ਕਿ ਸੰਸਕ੍ਰਿਤ ਦੀ ਜਿਹੜੀ ਭਾਸ਼ਾ ਹੈ ਉਹ ਬਹੁਤ ਔਖੀ ਹੈ, ਇਸ ਕਰਕੇ ਅਸੀਂ ਆਮ ਬੋਲ ਚਾਲੀ ਦੇ ਵਿੱਚ ਗੁਰਬਾਣੀ ਨੂੰ ਲਿਖਿਆ ਹੈ ਤਾਂ ਕਿ ਆਮ ਜਿਹੜੇ ਲੋਕ ਨੇ ਨਾ ਉਹਦੇ ਤੋਂ ਲਾਭ ਪ੍ਰਾਪਤ ਕਰ ਸਕਣ। ਸਭ ਪਾਵੇਂ ਕਲਿਆਣ ਕੋ ਜਾਤ ਸਨਾਤ ਅਨੇਕ। ਸਿਮਰਨ ਕਰ ਸਤਨਾਮ ਕੋ ਸਾਰੇ ਅਸਾਰ ਬਵੇਕ। ਗੁਰਬਾਣੀ ਨੂੰ ਪੜ੍ਹ ਕੇ ਸਾਰੇ ਮੰਨੋ ਕਿ ਕਲਿਆਣ ਦੀ ਪ੍ਰਾਪਤੀ ਕਰ ਸਕਦੇ ਨੇ, ਕਿਉਂਕਿ ਕਿਸੇ ਵੀ ਜਾਤ ਦੀ ਇਹਦੇ ਵਿੱਚ ਵੰਡ ਨਹੀਂ ਹੈ। ਕੋਈ ਕਿਸੇ ਵੀ ਜਾਤ ਦਾ ਹੋਵੇ ਪੜ੍ਹ ਸਕਦਾ ਹੈ। ਮੰਨੋ ਕਿ ਫਿਰ ਸੱਚੇ ਨਾਮ ਦਾ ਜਾਪ ਕਰਕੇ ਸਾਰ ਤੇ ਅਸਾਰ ਦੇ ਵਿਚਾਰ ਤੱਕ ਪਹੁੰਚ ਸਕਦਾ ਹੈ। ਜੈਸੇ ਜਲ ਤਰ ਉਮੜ ਕੇ ਬਰਖਾ ਕਰੇ ਕਸਾਰ। ਸ਼ੁੱਧ ਮਲਿਨ ਉੱਚ ਨੀਚ ਜਲ ਥਲ ਪ੍ਰਾਪਤ ਧਾਰ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪ੍ਰਮਾਣ ਦਿੱਤਾ ਕਿ ਗੁਰਬਾਣੀ ਐਸੀ ਹੈ ਜਿਹੜੀ ਮੰਨੋ ਕਿ ਬੱਦਲ ਦੀ ਵਰਖਾ ਦੀ ਤਰ੍ਹਾਂ ਹੈ। ਬੱਦਲ ਹਰ ਇੱਕ ਜਗ੍ਹਾ ਦੇ ਉੱਤੇ ਇੱਕੋ ਜੀ ਵਰਖਾ ਕਰਦਾ ਹੈ, ਭਾਵੇਂ ਜਗ੍ਹਾ ਹੋਵੇ ਸ਼ੁੱਧ, ਭਾਵੇਂ ਹੋਵੇ ਮਲੀਨ, ਭਾਵੇਂ ਕੋਈ ਉੱਚੀ ਜਾਤੀ ਦਾ ਹੋਵੇ, ਭਾਵੇਂ ਕੋਈ ਨੀਵੀਂ ਜਾਤੀ ਦਾ ਹੋਵੇ, ਚੰਗੀ ਜਗ੍ਹਾ ਹੋਵੇ, ਮਾੜੀ ਜਗ੍ਹਾ ਹੋਵੇ, ਬੱਦਲ ਨਹੀਂ ਦੇਖਦਾ, ਉਹ ਆਪਣਾ ਵਰ ਜਾਂਦਾ। ਪਸ ਪੰਛੀ ਸਭ ਥਲ ਬਿਖੈ ਸੁਖ ਪਾਇਓ ਸਭ ਜੀਵ। ਬਣ ਤ੍ਰਿਣ ਹਰਿਆਵਲ ਪਾਏ ਤਪਤ ਮਿੱਟੀ ਹਿਤ ਥੀਵ। ਮੀਂਹ ਦੇ ਪਾਣੀ ਦੇ ਨਾਲ ਪਸ਼ੂ ਖੁਸ਼ ਹੁੰਦੇ ਨੇ, ਪੰਛੀ ਖੁਸ਼ ਹੁੰਦੇ ਨੇ, ਇਸ ਤੋਂ ਇਲਾਵਾ ਸਾਰੇ ਜੀਵਾਂ ਨੂੰ ਸੁੱਖ ਪਹੁੰਚਦਾ ਹੈ। ਵਣ ਤ੍ਰਿਣ ਸਾਰੇ ਦੇ ਸਾਰੇ ਰੁੱਖ ਬੂਟੇ ਹਰੇ ਹੋ ਜਾਂਦੇ ਨੇ। ਤਪਤ ਮਿੱਟੀ ਹਰ ਥੀਵ, ਸਾਰਿਆਂ ਦੇ ਹਿਰਦੇ ਦੀ ਜਿਹੜੀ ਤਪਤ ਹੈ ਨਾ ਉਹ ਮਿਟ ਜਾਂਦੀ ਹੈ। ਪੁਰ ਗ੍ਰਾਮਣ ਖੇਤਨ ਬਿਖੈ ਸਭ ਪ੍ਰਮੋਦਤ ਇੱਕ ਸਾਰ। ਤ੍ਰਿਪਤ ਭਏ ਇੱਕ ਬਾਰ ਹੀ ਜਹ ਕਹਿ ਹੋ ਜੈਕਾਰ। ਮੀਂਹ ਪੈਣ ਦੇ ਨਾਲ ਪਿੰਡਾਂ ਦੇ ਖੇਤ ਜਿਹੜੇ ਨੇ ਉਹ ਹਰੇ ਭਰੇ ਹੋ ਜਾਂਦੇ ਨੇ, ਸਾਰੇ ਇੱਕੋ ਵਾਰ ਖੁਸ਼ ਹੋ ਜਾਂਦੇ ਨੇ, ਸਾਰਿਆਂ ਦੀ ਤਪਸ਼ ਮਿਟ ਜਾਂਦੀ ਹੈ। ਉਸ ਵੇਲੇ ਸਾਰੇ ਜੈ ਜੈਕਾਰ ਕਰਦੇ ਨੇ, ਮੀਂਹ ਦੇ ਪਾਣੀ ਨੂੰ ਵਡਿਆਉਂਦੇ ਨੇ। ਸ੍ਰੀ ਗੁਰ ਕੀ ਬਾਣੀ ਤਥਾ ਸਭ ਜਾਤਿਨ ਇੱਕ ਸਾਰ। ਊਚ ਨੀਚ ਪਟ ਕਿਦੋਂ ਸੁਣ ਭਏ ਸ਼੍ਰੇਹ ਅਧਿਕਾਰ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਸ ਪੰਡਤ ਨੂੰ ਦੱਸ ਰਹੇ ਨੇ ਕਿ ਇਸੇ ਤਰੀਕੇ ਦੇ ਨਾਲ ਸਤਿਗੁਰਾਂ ਦੀ ਜਿਹੜੀ ਬਾਣੀ ਹੈ ਨਾ ਉਹ ਮੰਨੋ ਕਿ ਬੱਦਲ ਦੀ ਵਰਖਾ ਦੀ ਤਰ੍ਹਾਂ ਹੈ।
ਜਿਹਦੇ ਵਾਸਤੇ ਕੋਈ ਜਾਤੀ ਦਾ ਬੰਧਨ ਨਹੀਂ ਹੈ ਔਰ ਜਿਹਦੇ ਵਾਸਤੇ ਸਾਰੇ ਇੱਕੋ ਸਮਾਨ ਨੇ ਔਰ ਜਿਹੜੇ ਇਸ ਤਰੀਕੇ ਦੇ ਨਾਲ ਲਾਭ ਨੂੰ ਲੈਂਦੇ ਨੇ ਉਹਨਾਂ ਨੂੰ ਸ਼੍ਰੇ ਮਿਲਦਾ ਹੈ, ਕਲਿਆਣ ਮਿਲਦਾ ਹੈ। ਜਲ ਤਰ ਬਰਖਾ ਅਦਕ ਹੋਵੇ ਕਿਦੋਂ ਕੂਪ ਜਲ ਹੋਏ ਪੰਡਤ ਕਹੋ ਵਿਚਾਰ ਕੈ ਪਖ ਨ ਕੀਜੈ ਕੋਏ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪੰਡਤ ਨੂੰ ਆਖਿਆ ਕਿ ਪੰਡਤ ਜੀ ਤੁਸੀਂ ਇਹ ਦੱਸੋ ਕਿ ਮੀਂਹ ਦਾ ਪਾਣੀ ਬਹੁਤਾ ਹੈ ਕਿ ਖੂਹ ਦਾ ਪਾਣੀ ਬਹੁਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪੱਖਵਾਦ ਨਾ ਕਰਿਓ, ਪੱਖ ਨੂੰ ਦੂਰ ਕਰਕੇ ਦੱਸੋ ਕਿ ਕਿਹੜੀ ਚੀਜ਼ ਚੰਗੀ ਹੈ। ਇਤਿਆਦਿਕ ਸੁਣ ਬਾਕ ਕੋ ਬੋਲ ਨ ਦਿਜ ਤੇ ਆਏ ਮੁਣ ਸਭ ਹੋਏ ਪਖ ਤਿਆਗ ਕਰ ਕਰ ਵਿਚਾਰ ਸੁਖ ਪਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਉਸ ਵੇਲੇ ਪੰਡਤ ਨੇ ਸੁਣਿਆ ਸਤਿਗੁਰਾਂ ਦੇ ਬਚਨਾਂ ਨੂੰ ਤੇ ਫਿਰ ਮਾਨੋ ਕਿ ਨਿਆਂ ਕਰਤਾ ਹੋ ਕੇ ਉਸਨੇ ਆਪਣੇ ਮਨ ਦੇ ਨਾਲ ਨਿਆਂ ਕੀਤਾ, ਵਿਚਾਰਿਆ। ਬਾਦ ਛੋਰ ਗੁਰ ਔਰ ਪਿਖ ਜੁਗ ਕਰ ਜੋਰ ਬਖਾਨ ਤੁਮ ਦਾਤਾ ਸਭ ਜਗਤ ਕੇ ਹਮਰੋ ਬਾਦ ਗੁਮਾਨ। ਸੋਚ ਵਿਚਾਰ ਕਰਨ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਡਿੱਗਿਆ, ਹੱਥ ਜੋੜ ਕੇ ਪੰਡਤ ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਦੁਨੀਆ ਦੇ ਦਾਤੇ ਹੋ, ਜਗਤ ਦੇ ਦਾਤੇ ਹੋ। ਸੱਚੇ ਪਾਤਸ਼ਾਹ ਮੇਰਾ ਜਿਹੜਾ ਪੱਖ ਹੈ ਨਾ ਗੁਮਾਨ ਵਾਲਾ, ਹੰਕਾਰ ਵਾਲਾ, ਉਹ ਬੇਕਾਰ ਹੈ। ਸਿੱਖ ਕਰੋ ਦੁਰਮਤ ਹਰੋ ਮੋਕੋ ਲਖ ਕਰ ਦਾਸ ਕਿਰਪਾ ਸਿੰਧ ਮੈਂ ਬੂੰਦ ਸਮ ਕਿਆ ਕਰਹੁ ਸਮਤਾਸ। ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਆਪਣਾ ਸਿੱਖ ਬਣਾਓ, ਮੇਰੀ ਖੋਟੀ ਬੁੱਧ ਨੂੰ ਦੂਰ ਕਰੋ। ਸੱਚੇ ਪਾਤਸ਼ਾਹ ਮੈਨੂੰ ਆਪਣਾ ਦਾਸ ਸਮਝੋ, ਤੁਸੀਂ ਮੰਨੋ ਕਿ ਕਿਰਪਾ ਦੇ ਸਮੁੰਦਰ ਹੋ ਤੇ ਸੱਚੇ ਪਾਤਸ਼ਾਹ ਮੈਂ ਇੱਕ ਛੋਟੀ ਜੀ ਪਾਣੀ ਦੀ ਬੂੰਦ ਹਾਂ, ਤੁਹਾਡੀ ਬਰਾਬਰੀ ਕਿਵੇਂ ਕਰ ਸਕਦਾ। ਵੱਡੇ ਭਾਗ ਜਾਗੇ ਅਬੈ ਮੇਲ ਪਾਇਓ ਤੁਮ ਸਾਥ ਦੇ ਆਪਣੀ ਉਪਦੇਸ਼ ਕੋ ਕੀ ਜੈ ਮੋਹੇ ਸਨਾਥ। ਕਹਿੰਦਾ ਸੱਚੇ ਪਾਤਸ਼ਾਹ ਮੇਰੇ ਵੱਡੇ ਭਾਗ ਜਾਗਰਤ ਹੋਏ ਨੇ ਤਾਂ ਹੀ ਸੱਚੇ ਪਾਤਸ਼ਾਹ ਤੁਹਾਡੇ ਨਾਲ ਮਿਲਾਪ ਹੋਇਆ। ਆਪਣਾ ਪਵਿੱਤਰ ਉਪਦੇਸ਼ ਦੇ ਕੇ ਸੱਚੇ ਪਾਤਸ਼ਾਹ ਮੈਨੂੰ ਨਿਹਾਲ ਕਰੋ। ਇਮ ਕਹਿ ਪਗ ਪੰਕਜ ਗਹੇ ਤਿਆਗ ਜਾਤ ਹੰਕਾਰ ਸੰਕਟ ਬਸ ਨਿਜ ਜੀਵ ਲਖ ਗੁਰ ਪੂਰਨ ਅਵਤਾਰ। ਕਵੀ ਜੀ ਲਿਖਦੇ ਨੇ ਕਿ ਉਸ ਵੇਲੇ ਮਾਨੋ ਕਿ ਸਤਿਗੁਰਾਂ ਦੇ ਚਰਨ ਕਮਲਾਂ ਨੂੰ ਫੜਿਆ ਹੈ, ਆਪਣੇ ਜਾਤੀ ਦੇ ਹੰਕਾਰ ਨੂੰ ਪੰਡਤ ਨੇ ਛੱਡ ਦਿੱਤਾ ਹੈ। ਸੰਕਟ ਬਸ ਨਿਜ ਜੀਵ ਲਖ ਆਪਣੇ ਆਪ ਨੂੰ ਸੰਕਟਾਂ ਦੇ ਵਿੱਚ ਪਿਆ ਹੋਇਆ ਜੀਵ ਜਾਣਿਆ ਹੈ। ਗੁਰ ਪੂਰਨ ਅਵਤਾਰ ਤੇ ਸੋਚਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੂਰਨ ਅਵਤਾਰ ਨੇ। ਕਰੈ ਉਧਾਰਨ ਕਸ਼ਟ ਤੇ ਬੰਧਨ ਕਾਟੈ ਮੋਰ ਮਹਾ ਕਿਰਪਾਲ ਸੁਸ਼ੀਲ ਹੈ ਹਰੇ ਆਪ ਦਾ ਕੋਰ। ਪੰਡਤ ਸੋਚਦਾ ਹੈ ਕਿ ਸੱਚੇ ਪਾਤਸ਼ਾਹ ਜੀ ਕਸ਼ਟਾਂ ਤੋਂ ਕੱਢਣ ਵਾਲੇ ਨੇ, ਬੰਧਨਾਂ ਦਾ ਨਾਸ਼ ਕਰਨ ਵਾਲੇ ਨੇ, ਮਹਾ ਕਿਰਪਾਲੂ ਨੇ ਔਰ ਸੁਸ਼ੀਲ ਨੇ, ਆਪਦਾ ਨੂੰ ਵਿਪਤਾਵਾਂ ਨੂੰ ਦੂਰ ਕਰਨ ਵਾਲੇ ਨੇ। ਇਹ ਦੀਨ ਭਇਓ ਬਿਨਤੀ ਭਨਤ ਭਾਓ ਭਗਤ ਚਿਤ ਭੀਨ ਭਾਗ ਭੂਰ ਜਿਸ ਭਾਲ ਕੇ ਜਾਗੇ ਕਲਮਲਹੀਨ। ਉਸ ਵੇਲੇ ਬੜਾ ਹੀ ਦੀਨ ਹੋ ਕੇ ਬੇਨਤੀ ਨੂੰ ਪ੍ਰੇਮ ਦੇ ਨਾਲ ਕੀਤਾ ਹੈ ਪੰਡਤ ਨੇ। ਮਾਨੋ ਕਿ ਵੱਡੇ ਭੂਰ ਮੱਥੇ ਦੇ ਜਿਹੜੇ ਭਾਗ ਨੇ ਨਾ ਉਹ ਜਾਗੇ ਹੋਏ ਨੇ, ਜਿਹੜਾ ਮੱਥਾ ਮਾਨੋ ਕਿ ਹੁਣ ਪਾਪਾਂ ਤੋਂ ਰਹਿਤ ਹੋ ਗਿਆ ਸਤਿਗੁਰਾਂ ਦੇ ਚਰਨਾਂ ਤੇ ਲੱਗਣ ਦੇ ਨਾਲ। ਸਿਰ ਸਤ ਗੁਰ ਅਰਜਨ ਪਨਿਓ ਤੁਮ ਉੱਤਮ ਦਿਜ ਜਾਤ ਸਿਮਰੋ ਸ੍ਰੀ ਵਾਹਿਗੁਰੂ ਕੋ ਲਿਵ ਲਗਾਏ ਦਿਨ ਰਾਤ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਕਿ ਤੇਰੀ ਜਾਤ ਹੈ ਪੰਡਤ, ਇਸ ਕਰਕੇ ਤੇਰੀ ਜਾਤ ਵੀ ਬਹੁਤ ਜ਼ਿਆਦਾ ਉੱਚੀ ਮੰਨੀ ਗਈ ਹੈ ਦੁਨੀਆ ਦੇ ਵਿੱਚ। ਕਹਿੰਦੇ ਨੇ ਸਿਮਰੋ ਸ੍ਰੀ ਵਾਹਿਗੁਰੂ ਕੋ ਲਿਵ ਲਗਾਏ ਦਿਨ ਰਾਤ, ਇਸ ਕਰਕੇ ਇਹ ਪੰਡਤ ਜੀ ਵਾਹਿਗੁਰੂ ਨਾਮ ਦਾ ਜਾਪ ਕਰੋ ਸੁਰਤੀ ਨੂੰ ਜੋੜ ਕੇ।
विपर कयो त्रिसकार में तुमरो कीन महान, बख्शो मेरी भूल को दाता सकल जहान। पंडित हाथ जोड़ के कहता है कि सच्चे पातशाह मैं तुहाडा बहुत ज्यादा तिरस्कार किया, इस करके सच्चे पातशाह मैं बहुत वड्डी खता की, बड़ी वड्डी भुल की, किरपा करके मेरी भुल नूं पहला तुसीं बख्श दिओ, क्योंकि दाता सकल जहान, तुसीं सारे जहान दे दाते हो। सुंदर पद अरबिंद मृद जल सोइनो पखार, दीजे मैं मुख पान कर बनो सिख हित तार। इस तो बाद पंडित ने आख्या कि सच्चे पातशाह जेड़े तुहाडे चरण कमल बड़े सुंदर ने ते बड़े कोमल ने, सच्चे पातशाह इन्हां चरना कमलों नूं धो के ਉਹ ਜਿਹੜਾ ਪਾਣੀ ਹੈ ਨਾ ਮੈਨੂੰ ਬਖਸ਼ਿਸ਼ ਦੇ ਰੂਪ ਦੇ ਵਿੱਚ ਦੇਵੋ, ਤਾਂ ਕਿ ਉਸ ਨੂੰ ਪਾਣ ਕਰਕੇ ਉਸ ਨੂੰ ਪੀ ਕੇ ਹਿੱਤ ਦੇ ਨਾਲ ਮੈਂ ਤੁਹਾਡਾ ਸਿੱਖ ਬਣਾ। ਸ੍ਰੀ ਗੁਰੂ ਅਰਜਨ ਦੇਵ ਨੇ ਜਾਣਿਓ ਸ਼ਰਧਾ ਮਾਂ ਹੈ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਪੰਡਤ ਹੁਣ ਬਹੁਤ ਹੀ ਜ਼ਿਆਦਾ ਸ਼ਰਧਾਵਾਨ ਹੋ ਗਿਆ ਹੈ। ਚਰਣਾ ਅੰਮ੍ਰਿਤ ਦੇ ਦਾਸ ਕੀਆ ਸਭ ਬੇਕਾਰ ਹਰ ਤਾਂ ਹੈ। ਆਪਣਾ ਚਰਣਾ ਅੰਮ੍ਰਿਤ ਦੇ ਕੇ ਉਸ ਪੰਡਤ ਨੂੰ ਆਪਣਾ ਦਾਸ ਸੇਵਕ ਬਣਾ ਲਿਆ। ਸਾਰੇ ਦੇ ਸਾਰੇ ਜਿਹੜੇ ਵਿਕਾਰ ਸੀ ਨਾ ਉਸ ਦੇ ਦੂਰ ਕਰ ਦਿੱਤੇ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤੱਕ ਜਿਹੜੇ ਸਤਿਗੁਰਾਂ ਦੇ ਸੇਵਕ ਬਣਦੇ ਰਹੇ ਉਹ ਇਸੇ ਤਰੀਕੇ ਦੇ ਨਾਲ ਬਣਦੇ ਰਹੇ। ਸਤਿਗੁਰਾਂ ਨੇ ਜਿਹਨੂੰ ਵੀ ਆਪਣਾ ਸੇਵਕ ਬਣਾਉਣਾ ਹੁੰਦਾ ਸੀ ਉਹਨੂੰ ਆਪਣੇ ਚਰਨ ਧੋ ਕੇ ਉਹ ਜਿਹੜਾ ਪਾਣੀ ਹੈ ਨਾ ਉਹ ਪਿਆ ਦਿੰਦੇ ਸੀ, ਜਿਹਨੂੰ ਕਿ ਚਰਨਾ ਅੰਮ੍ਰਿਤ ਲਿਖਿਆ ਗਿਆ, ਚਰਨਾ ਅੰਮ੍ਰਿਤ ਪਿਆ ਦਿੰਦੇ ਸਨ। ਇਸੇ ਤਰੀਕੇ ਦੇ ਨਾਲ ਸਿੱਖ ਬਣਦੇ ਆਏ। ਜਿਹੜਾ ਅੱਜ ਕੱਲ ਅਸੀਂ ਅੰਮ੍ਰਿਤ ਛਕ ਕੇ ਸਿੱਖ ਬਣਦੇ ਆ, ਇਹ ਜਿਹੜੀ ਮਰਜ਼ਾਦਾ ਹੈ ਇਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸ਼ੁਰੂ ਕੀਤੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਨੂੰ ਬਣਾਇਆ ਤੇ ਅੰਮ੍ਰਿਤ ਨੂੰ ਛਕਾ ਕੇ ਫਿਰ ਸਾਨੂੰ ਇਹ ਸਰੂਪ ਬਖਸ਼ਿਆ। ਅੱਜ ਕੱਲ ਜਿਹਨੇ ਸਿੱਖੀ ਦੇ ਮਾਰਗ ਨੂੰ ਧਾਰਨ ਕਰਨਾ ਹੋਵੇ ਉਹ ਇਸ ਤਰੀਕੇ ਦਾ ਗੁਰਬਾਣੀ ਦੇ ਨਾਲ ਪੜਿਆ ਹੋਇਆ ਤਿਆਰ ਕੀਤਾ ਹੋਇਆ ਅੰਮ੍ਰਿਤ ਛਕਦਾ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਮਰਜ਼ਾਦਾ ਨਹੀਂ ਸੀ ਕਿ ਕੋਈ ਅੰਮ੍ਰਿਤ ਛਕ ਕੇ ਸਤਿਗੁਰਾਂ ਦਾ ਸੇਵਕ ਬਣਦਾ ਸੀ, ਚਰਣਾ ਅੰਮ੍ਰਿਤ ਹੀ ਦਿੱਤਾ ਜਾਂਦਾ ਸੀ। ਹੁਣ ਪੰਡਤ ਨੂੰ ਵੀ ਸਤਿਗੁਰਾਂ ਨੇ ਚਰਣਾ ਅੰਮ੍ਰਿਤ ਦਿੱਤਾ ਹੈ ਔਰ ਆਪਣਾ ਸਿੱਖ ਬਣਾ ਲਿਆ। ਲੇਵ ਲਾਗੀ ਵਾਹਿਗੁਰੂ ਸੋ रसना ने रस पाए, अधिकारी पा ज्ञान को श्री गुर करुणा पाए। भाई संतोख सिंह जी लिखते ने कि सुरती परमेश्वर के नाम दे नाल जुड़ गई है। मानो कि रसना नू नाम दा रस आउण लग पिया है, ज्ञान दा अधिकारी बन गया है सतगुरां दी मेहर दे नाल। चार पदार्थ पाए के दिज बर पयो निहाल, सुजस करत गुर को सदा महिमा लखी विसाल। इस तरीके दे नाल पंडित नूं चार पदार्थ मिले ने, चारां पदार्थां नूं पा के निहाल हो गया है धर्म अर्थ काम ते मोक्ष। ये चार पदार्थ मन्ने गए ने। सुजस करत गुर को सदा महिमा लखी विसाल। ਵੱਡੀ ਸਤਿਗੁਰਾਂ ਦੀ ਮਹਿਮਾ ਨੂੰ ਪੰਡਤ ਨੇ ਜਾਣਿਆ ਤੇ ਹਮੇਸ਼ਾ ਸਤਿਗੁਰਾਂ ਦਾ ਜਸ ਕਰਦਾ ਹੈ। ਵਿਪਰ ਸੰਗ ਪਰ ਸੰਗ ਏਮ ਹੋਇਓ ਗੁਰੂ ਕਿਰਪਾਲ, ਅਬ ਆ ਗਲੀ ਇਤਿਹਾਸ ਕੋ श्रोता सुनो रसाल। ग्रंथाकार भाई संतोख सिंह जी लिखते ने कि पंडित दे नाल इस तरह का कृपालु गुरु जी का प्रसंग होया, इस तरह का इतिहास वापरिया। कवि जी लिखते ने हुण तुसी अगले इतिहास नूं हे श्रोता जनो सुन वालिओ सुनो। कितक समा बीत्यो तहां रहे गुरु इस रीत, सिख होए बहुयान कर पग पंकज कर प्रीत। कवि जी लिखते ने कि काफी सारा समा इसे तरीके दे नाल सतगुरां ने बतीत किया। इस समय दे दौरान बहुत सारे लोग सतगुरु सच्चे पातशाह जी दे चरणां दे विच पहुंचे ते सतगुरु सच्चे पातशाह जी दी कृपा दे नाल मानो के सतगुरां दे सेवक बने।
श्री अमृतसर को नगर बहुत बसावन कीन, सेव श्री गुरुदेव को अहम मेव ते हीन। सतगुरु सच्चे पातशाह जी ने ਅੰਮ੍ਰਿਤਸਰ ਨਗਰ ਦਾ ਬਹੁਤ ਜ਼ਿਆਦਾ ਵਿਸਥਾਰ ਕੀਤਾ, ਬਹੁਤਿਆਂ ਲੋਕਾਂ ਨੂੰ ਉੱਥੇ ਵਸਾਇਆ। ਸਾਰੇ ਦੇ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸੇਵਦੇ ਨੇ ਹੰਕਾਰ ਨੂੰ ਦੂਰ ਕਰਕੇ। ਸੁਦਾ ਸਰੋਵਰ ਏਕ ਦਿਸ਼ ਦੂਜੀ ਦਿਸ਼ ਨਿਜ ਧਾਮ, ਰਚਿਓ ਬਾਜ਼ਾਰ ਦੁਕਾਨ ਕਰ ਹੋਤ ਬਣਜ ਕੋ ਕਾਮ। ਕਵੀ ਜੀ ਲਿਖਦੇ ਨੇ ਕਿ ਇੱਕ ਪਾਸੇ ਸੁਦਾ ਸਰੋਵਰ ਸੀ ਤੇ ਦੂਸਰੇ ਪਾਸੇ ਸਤਿਗੁਰਾਂ ਨੇ ਆਪਣੇ ਨਿਵਾਸ ਦੇ ਵਾਸਤੇ ਘਰ ਬਣਾਇਆ ਸੀ। ਇਸ ਤੋਂ ਇਲਾਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਜ਼ਾਰ ਵੀ ਬਣਾਇਆ ਸੀ, ਜਿਹਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਸਨ ਤੇ ਲੋਕੀ ਵਣਜ ਦਾ ਕੰਮ ਕਰਦੇ ਸਨ। ਧਾਨੀ ਬਨਕ ਬਹੁ ਬਸੇ ਤਹਿ, ਗੁਰ ਕੇ ਬਾਕਣ ਮਾਨ, ਸੌਦਾ ਲੈ ਸਭ ਪਾਂਤ ਕੋ ਪੂਰਨ ਕਰੇ ਦੁਕਾਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਲੈ ਕੇ ਬਹੁਤੇ ਸਾਰੇ ਜਿਹੜੇ ਧਨੀ ਬਾਣੀਏ ਸਨ, ਉਹਨਾਂ ਨੇ ਵੀ ਆਪਣੀਆਂ ਦੁਕਾਨਾਂ ਆਣ ਕੇ ਬਣਾਈਆਂ ਤੇ ਮੰਨੋ ਕਿ ਵੱਖਰੀ ਵੱਖਰੀ ਤਰ੍ਹਾਂ ਦਾ ਬਹੁਤ ਸਾਰਾ ਸਾਜੋ ਸਮਾਨ ਦੁਕਾਨਾਂ ਦੇ ਵਿੱਚ ਰੱਖਿਆ ਗਿਆ। ਇੱਕ ਦਿਨ ਇਕੱਠੇ ਬਨਕ ਹੋਏ ਸਭ ਆਏ ਗੁਰ ਪਾਸ, ਪ੍ਰਥਮ ਨਮੋ ਕਰ ਕਹਿਤ ਪੇ ਹਾਥ ਜੋਰ ਅਰਦਾਸ। ਇੱਕ ਦਿਨ ਸਾਰੇ ਜਿਹੜੇ ਬਾਜ਼ਾਰ ਦੇ ਬਾਣੀਏ ਸਨ ਉਹ ਇਕੱਠੇ ਹੋ ਕੇ ਸਤਿਗੁਰਾਂ ਦੇ ਕੋਲ ਆਏ ਨੇ, ਆਣ ਕੇ ਪਹਿਲਾਂ ਨਮਸਕਾਰ ਕੀਤੀ ਹੈ ਤੇ ਫਿਰ ਹੱਥ ਜੋੜ ਕੇ ਉਹਨਾਂ ਨੇ ਅਰਜ਼ ਕੀਤੀ। ਸ੍ਰੀ ਗੁਰ ਤੁਮਰੇ ਮਾਨ ਬਚ, ਬੈਠੇ ਰਚਿਓ ਬਾਜ਼ਾਰ, ਨਹੀਂ ਬਣਜ ਕੁਛ ਹੋਤ ਹੈ ਖਾਵੇਂ ਕੁਤੋ ਆਹਾਰ। ਬਾਣੀਆਂ ਨੇ ਆਣ ਕੇ ਅਰਜ਼ ਕੀਤੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਹੁਕਮ ਕੀਤਾ ਕਿ ਅੰਮ੍ਰਿਤਸਰ ਨਗਰ ਦੇ ਵਿੱਚ ਆਣ ਕੇ ਤੁਸੀਂ ਆਪਣੀਆਂ ਦੁਕਾਨਾਂ ਬਣਾਓ, ਬਾਜ਼ਾਰ ਦੇ ਵਿੱਚ ਬੈਠੋ। ਸੱਚੇ ਪਾਤਸ਼ਾਹ ਤੁਹਾਡੇ ਬਚਨ ਨੂੰ ਮੰਨ ਕੇ ਅਸੀਂ ਬਾਜ਼ਾਰ ਦੇ ਵਿੱਚ ਆਣ ਕੇ ਦੁਕਾਨਾਂ ਬਣਾ ਕੇ ਵਣਜ ਦਾ ਕੰਮ ਕਰਨ ਲੱਗੇ ਹਾਂ। ਪਰ ਸੱਚੇ ਪਾਤਸ਼ਾਹ ਬਣਜ ਨਹੀਂ ਕੁਛ ਹੋਤ ਹੈ ਖਾਮੋ ਕੁਤੋ ਹਾਰ। ਸੱਚੇ ਪਾਤਸ਼ਾਹ ਦੁਕਾਨਦਾਰੀ ਚੱਲਦੀ ਨਹੀਂ ਹੈ, ਗਾਹਕ ਹੀ ਬਹੁਤ ਘੱਟ ਆਉਂਦੇ ਨੇ, ਇਸ ਕਰਕੇ ਗੁਜ਼ਾਰਾ ਕਿਵੇਂ ਚੱਲੇਗਾ। ਨਹੀਂ ਗਾਹਕ ਆਵੇਂ ਕਬੂ ਵਿਕੈ ਬਸਤ ਨਹੀਂ ਕਾਹੇ, ਬਿਨ ਲੇਵਾ ਦੇਵੀ ਕਰੇ ਦਰਬ ਕਹਾਂ ਤੇ ਪ੍ਰਾਹੇ। ਸੱਚੇ ਪਾਤਸ਼ਾਹ ਸਾਰਾ ਦਿਨ ਬੈਠੇ ਰਹਿੰਦੇ ਆ ਵਿਹਲੇ ਦੁਕਾਨਾਂ ਦੇ ਵਿੱਚ, ਪਰ ਸੱਚੇ ਪਾਤਸ਼ਾਹ ਕੋਈ ਗਾਹਕ ਹੀ ਨਹੀਂ ਆਉਂਦਾ। ਗਾਹਕ ਨਹੀਂ ਆਉਂਦਾ ਤੇ ਚੀਜ਼ਾਂ ਨਹੀਂ ਵਿਕਦੀਆਂ, ਤੇ ਜੇਕਰ ਚੀਜ਼ਾਂ ਨਾ ਵਿਕਣਗੀਆਂ ਤੇ ਫਿਰ ਸੱਚੇ ਪਾਤਸ਼ਾਹ ਸਾਨੂੰ ਲਾਭ ਦੀ ਪ੍ਰਾਪਤੀ ਕਿਵੇਂ ਹੋਵੇਗੀ। ਸੁਣ ਸ੍ਰੀ ਅਰਜਨ ਨਾਥ ਜੀ ਬਣਕਣ ਸੰਗ ਬਖਾਨ, ਨਿਤ ਪ੍ਰਤੀ ਸ੍ਰੀ ਦਰਬਾਰ ਮੈਂ ਮਸਤਕ ਟੇਕੋ ਆਨ। ਜਦੋਂ ਉਹਨਾਂ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਆਖਿਆ ਕਿ ਤੁਸੀਂ ਨਿੱਤਾ ਪ੍ਰਤੀ ਰੋਜ਼ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਆਣ ਕੇ ਮੱਥਾ ਟੇਕਿਆ ਕਰੋ। ਇੱਕ ਵਿਰਾਟ ਕਾ ਦੋਏ ਤ੍ਰੈ ਚੌ ਪੰਚਮ ਲੈ ਹਾਥ, ਯਥਾ ਸ਼ਕਤ ਧਨ ਭੇਟ ਦਿਓ ਭਾਓ ਭਗਤ ਕੇ ਸਾਥ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵਿਹਾਰ ਜ਼ਰੂਰ ਚੱਲੇਗਾ, ਦੁਕਾਨਾਂ ਤੇ ਗਾਹਕ ਜ਼ਰੂਰ ਆਉਣਗੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਰ ਤੁਹਾਨੂੰ ਹਰਿਮੰਦਰ ਦੇ ਵਿੱਚ ਆਣ ਕੇ ਇੱਕ ਸਮੇਂ ਮੱਥਾ ਟੇਕਣਾ ਪਵੇਗਾ। ਕਹਿੰਦੇ ਨੇ ਭਾਵੇਂ ਕੋਈ ਇੱਕ ਕੌਡੀ ਰੱਖ ਕੇ ਮੱਥਾ ਟੇਕੇ, ਭਾਵੇਂ 2 ਭਾਵੇਂ 3 ਤੇ ਭਾਵੇਂ 5, ਆਪਣੀ ਵਿੱਤ ਦੇ ਮੁਤਾਬਕ ਤੁਸੀਂ ਮੱਥਾ ਟੇਕ ਕੇ ਧਨ ਦਾ ਜਾਇਆ ਕਰੋ ਔਰ ਪ੍ਰੇਮ ਭਗਤੀ ਨੂੰ ਧਾਰਨ ਕਰੋ। ਬਹੁਰ ਕਰੋ ਵਿਵਹਾਰ ਕੋ ਸਗਰੇ ਬਾਸਰ ਮਾਹੇ, ਸੰਧਿਆ ਪੁਣ ਬੰਧਨ ਕਰੋ ਦੇਹ ਪ੍ਰਦਛਣ ਜਾਹੇ। ਕਹਿੰਦੇ ਨੇ ਕਿ ਦੁਕਾਨ ਖੋਲਣ ਤੋਂ ਪਹਿਲਾਂ ਇੱਕ ਵਾਰੀ ਆਣ ਕੇ ਮੱਥਾ ਟੇਕ ਜਾਇਆ ਕਰੋ, ਫਿਰ ਜਾ ਕੇ ਦੁਕਾਨਾਂ ਨੂੰ ਖੋਲਿਆ ਕਰੋ, ਫਿਰ ਤੁਹਾਡਾ ਵਿਹਾਰ ਚੱਲੇਗਾ। ਸਾਰਾ ਦਿਨ ਵਿਹਾਰ ਕਰਨ ਤੋਂ ਬਾਅਦ ਦੁਕਾਨ ਦੇ ਵਿੱਚ ਬੈਠਣ ਤੋਂ ਬਾਅਦ ਕਹਿੰਦੇ ਨੇ ਕਿ ਸ਼ਾਮਾਂ ਨੂੰ ਇੱਕ ਵਾਰ ਫਿਰ ਆਣ ਕੇ ਨਮਸਕਾਰਾਂ ਕਰਿਓ ਔਰ ਪਰਿਕਰਮਾ ਕਰਿਓ। ਹੋਏ ਬਣਜ ਨਿਜ ਅਦ ਕਹੀ, ਧਨੀ ਬਨੋ ਸੁਖ ਪਾਏ, ਪੁੱਤਰ ਪੌਤਰ ਜੁਤ ਫਲੋਗੇ ਸੰਸੈ ਦੇਹੋ ਮਿਟਾਏ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਇਸ ਤਰ੍ਹਾਂ ਤੁਹਾਡਾ ਵਣਜ ਦਿਨੋਂ ਦਿਨ ਬਹੁਤ ਹੀ ਜ਼ਿਆਦਾ ਵਧੇਗਾ, ਧਨ ਦੀ ਪ੍ਰਾਪਤੀ ਹੋਏਗੀ। ਸਤਿਗੁਰਾਂ ਨੇ ਬਚਨ ਕੀਤਾ ਕਿ ਪੁੱਤਰ ਪੋਤਰਿਆਂ ਤੱਕ ਤੁਸੀਂ ਬਹੁਤ ਜ਼ਿਆਦਾ
ਫੜੋਗੇ। ਸੰਸ਼ੈ ਦੇਹ ਮਿਟਾਏ, ਪਰ ਆਪਣੇ ਸ਼ੱਕ ਨੂੰ ਸੰਸ਼ੇ ਨੂੰ ਤੁਸੀਂ ਦੂਰ ਕਰ ਦਿਓ। ਸੁਣ ਕੇ ਸਭ ਕਰ ਜੋਰ ਕੈ, ਮਾਨ ਤਿਸੀ ਬਿਦ ਕੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਇਸ ਤਰ੍ਹਾਂ ਦਾ ਬਚਨ ਕੀਤਾ ਤੇ ਸਤਿਗੁਰਾਂ ਦੇ ਬਚਨ ਨੂੰ ਮੰਨ ਕੇ ਫਿਰ ਸਾਰੇ ਦੇ ਸਾਰੇ ਉਸੇ ਤਰ੍ਹਾਂ ਕਰਨ ਲੱਗੇ ਨੇ ਜਿਸ ਤਰ੍ਹਾਂ ਮੰਨੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੱਸਿਆ। ਇੱਕ ਵਾਰ ਦੁਕਾਨ ਖੋਲਣ ਤੋਂ ਪਹਿਲਾਂ ਆਣ ਕੇ ਨਮਸਕਾਰ ਕਰਦੇ ਨੇ, ਮੱਥਾ ਟੇਕਦੇ ਨੇ, ਫੇਰ ਆਣ ਕੇ ਦੁਕਾਨ ਖੋਲਦੇ ਨੇ, ਸਾਰਾ ਦਿਨ ਦੁਕਾਨ ਨੂੰ ਚਲਾਉਂਦੇ ਨੇ, ਸ਼ਾਮ ਨੂੰ ਦੁਕਾਨ ਬੰਦ ਕਰਕੇ ਇੱਕ ਵਾਰ ਫੇਰ ਜਾ ਕੇ ਨਮਸਕਾਰ ਕਰਦੇ ਨੇ। ਚੱਲਿਓ ਬਣ ਜਤਨ ਗਣ ਪਾਇਓ, ਪ੍ਰਾਪਤ ਪੇ ਸੁਖ ਪੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਉਹਨਾਂ ਬਾਣੀਆਂ ਦਾ ਜਿਹੜਾ ਵਣਜ ਸੀ ਉਹ ਬਹੁਤਾ ਹੀ ਜ਼ਿਆਦਾ ਚੱਲਣ ਲੱਗ ਪਿਆ। ਦੁਕਾਨਾਂ ਤੇ ਗਾਹਕ ਆਏ, ਸਤਿਗੁਰਾਂ ਦੀ ਕਿਰਪਾ ਦੇ ਨਾਲ ਬਹੁਤੇ ਸਾਰੇ ਧਨ ਦੀ ਸਾਰਿਆਂ ਨੂੰ ਪ੍ਰਾਪਤੀ ਹੋਈ। ਪ੍ਰਾਪਤ ਪੇ ਸੁਖ ਪੀਨ, ਮੰਨੋ ਕਿ ਵੱਡੇ ਸੁਖ ਨੂੰ ਸਾਰਿਆਂ ਨੇ ਮਿਲ ਕੇ ਪ੍ਰਾਪਤ ਕੀਤਾ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ। ਦੂਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਤਰੀਕੇ ਦੇ ਨਾਲ ਇਹ ਸਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। हे अच्युत हे पार ब्रह्म अविनाशी अगनास, हे पूरन हे सर्ब में दुख पंजन गुणतास, हे संगी हे निरंकार, हे निर्गुण सब टेक, हे गोविंद हे गुण निदान, जाके सदा विवेक, हे अपरंपर हर हरे है पी होवनहार, हे संतः कै सदा संग ने धारा आधार, हे ठाकुर हो दास रो मैं निर्गुण गुण नहीं कोय, नानक दीजै नाम दान राखो ही परोय, याही कुल ते प्रगट होय ताही कुल को नाम, पुन द्वादश गुरिंद को मेरी है प्रणाम।